taught it. I had ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਜੀ ਦੇ ਕੋਲੋਂ ਹੱਥ ਜੋੜ ਕੇ ਮਾਫੀ ਹੈ, ਜਿਨ੍ਹਾਂ ਦੀ ਬਾਰ-ਬਾਰ ਕਾਲਸ ਮੈਸੇजेस ਆ ਰਹੀਆਂ ਸੀ ਉਹ ਇਸ ਕਰਕੇ ਰਿਪਲਾਈ ਨਹੀਂ ਕੀਤਾ ਕਿਉਂਕਿ ਕਲਾਸ ਹਜੇ ਸਟਾਰਟ ਹੋ ਗਈ ਹੈ। ਮਤਲਬ ਮੈਂ ਬਸ 5 ਮਿੰਟ ਹੀ ਰਹੀ ਸੀ, 5-10 ਮਿੰਟ ਤੇ ਹੁਣ ਅਸੀਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰ ਲਈਏ ਜੀ। ਸਾਰਿਆਂ ਨੂੰ ਬੇਨਤੀ ਹੈ ਸਾਰੇ ਆਪਣੀ ਜਗ੍ਹਾ ਤੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਬੈਠ ਜਾਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ। ਧਨ ਸੁਕਾਗਦ ਕਲਮ ਧਨ ਧਨ ਭਾਂਡਾ ਧਨ ਮਸ ਧਨ ਲਿਖਾਰੀ ਨਾਨਕਾ ਜਿਨ ਆਪ ਲਿਖਾਇਆ ਸਚ। ਅਸੀਂ ਹੁਣ ਤੱਕ ਆਪਣੀ 35 ਅੱਖਰੀ ਖਤਮ ਕਰ ਲਈ ਸੀ, ਲਗਾ ਮਾਤਰਾਵਾਂ ਖਤਮ ਕਰ ਲਈਆਂ ਸੀ। ਅੱਜ ਅਸੀਂ ਜੋ ਸਾਡੀ ਚੀਜ਼ਾਂ ਰਹਿੰਦੀਆਂ ਨੇ ਉਹ ਖਤਮ ਕਰਾਂਗੇ ਤੇ ਫਿਰ ਅਗਰ ਸਮਾਂ ਬਚਿਆ ਤੇ ਫਿਰ ਅਸੀਂ ਅੱਖਰ ਜੋੜ ਸਿੱਖਾਂਗੇ ਤਾਂ ਕਿ ਸਾਨੂੰ ਮੂਲ ਮੰਤਰ ਲਿਖਣ 'ਚ ਜਾਂ ਬਾਣੀ ਲਿਖਣ 'ਚ ਜਿਹੜੀ ਸਾਨੂੰ ਬੇਸਿਕ ਰਿਕੁਆਇਰਮੈਂਟ ਹੈ ਕਿ ਅੱਖਰਾਂ ਦੇ ਵਿੱਚ ਸਪੇਸ ਕਿੰਨੀ ਹੋਣੀ ਚਾਹੀਦੀ ਹੈ, ਅੱਖਰ ਕਿਸ ਤਰੀਕੇ ਨਾਲ ਲਿਖੀਏ ਕਿ ਸਾਰੇ ਅੱਖਰ ਬਰਾਬਰ ਦਿਖਣ। ਜਿਵੇਂ ਕਿ ਅਸੀਂ ਮਾਰਚ ਦੇ ਸਰੂਪ ਦੇਖਦੇ ਹਾਂ ਉਹਨਾਂ ਵਿੱਚ ਸਾਰੇ ਅੱਖਰਾਂ ਵਿੱਚ ਸਪੇਸ ਬਰਾਬਰ ਹੁੰਦੀ ਹੈ, ਉਹ ਅੱਖਰਾਂ ਦਾ ਸਾਈਜ਼ ਬਰਾਬਰ ਹੁੰਦਾ ਹੈ, ਉਹ ਅੱਖਰਾਂ ਦਾ ਫੌਂਟ ਇੱਕ ਜਿਹਾ ਹੁੰਦਾ ਹੈ। ਅਸੀਂ ਕਿਸ ਤਰ੍ਹਾਂ ਉਸ ਤਰ੍ਹਾਂ ਲਿਖ ਸਕਦੇ ਹਾਂ, ਅਸੀਂ ਉਹ ਸਭ ਚੀਜ਼ਾਂ ਸਿੱਖਾਂਗੇ। ਪਹਿਲਾਂ ਅਸੀਂ ਸਿੱਖਾਂਗੇ ਜਿਹੜੇ ਨੰਬਰਸ ਯੂਜ਼ ਹੁੰਦੇ ਨੇ ਬਾਣੀ ਦੇ ਵਿੱਚ, ਗੁਰਮੁਖੀ ਨੰਬਰਸ। ਸਭ ਤੋਂ ਪਹਿਲਾਂ ਜੋ ਅਸੀਂ ਇੰਗਲਿਸ਼ 'ਚ 1 ਲਿਖਦੇ ਹਾਂ, ਇਹਨੂੰ ਅਸੀਂ ਇੰਗਲਿਸ਼ ਜਾਂ ਮੈਥਮੈਟਿਕਸ ਕਹਿ ਲਓ। ਮੈਥ ਦੇ ਵਿੱਚ ਜੋ ਅਸੀਂ ਲਿਖਦੇ ਹਾਂ ਇੱਕ, ਉਹਨੂੰ ਅਸੀਂ ਇੱਥੇ ਬੋਲਦੇ ਹਾਂ ਇੱਕ, ਇਸ ਤਰੀਕੇ ਦੇ ਨਾਲ। ਗੁਰਮੁਖੀ ਦੇ ਵਿੱਚ ਅਸੀਂ 1 ਨੂੰ ਲਿਖਦੇ ਹਾਂ ਇਸ ਤਰੀਕੇ ਦੇ ਨਾਲ। 2 ਨੂੰ ਅਸੀਂ ਲਿਖਦੇ ਹਾਂ ਕੱਕੇ ਵਾਂਗ। 3 ਨੂੰ ਅਸੀਂ ਲਿਖਦੇ ਹਾਂ ਇਸ ਤਰੀਕੇ ਨਾਲ ਮੋੜ ਕੇ ਫਿਰ ਥੱਲੋਂ ਘੁਮਾ ਹੈ।
4 ਨੂੰ ਅਸੀਂ ਲਿਖਦੇ ਹਾਂ ਏਦਾਂ ਪਹਿਲਾਂ, ਫਿਰ ਥੱਲੋਂ ਘੁਮਾ ਕੇ ਲਿਆ, ਇਹ ਸਾਡਾ 4 ਤੇ 5 ਨੂੰ ਅਸੀਂ ਲਿਖਦੇ ਹਾਂ ਜਿਵੇਂ ਅਸੀਂ ਪੱਪਾ ਸਿੱਖਿਆ ਸੀ, ਇੱਥੋਂ ਹੁਣ ਤਿੱਖਾ ਲੈ ਕੇ ਜਾਣਾ ਤੇ ਫਿਰ ਥੱਲੇ। ਪਹਿਲਾਂ ਆਪ ਜੀ 1 ਤੋਂ 5 ਤੱਕ ਦੀ ਗਿਣਤੀ ਲਿਖੋ ਤੇ ਅਗਰ ਇਸ ਵਿੱਚ ਕੋਈ ਦਿੱਕਤ ਹੈ ਤਾਂ ਆਪ ਜੀ ਪੁੱਛ ਸਕਦੇ ਹੋ। हैंड रेज करके या चैट बॉक्स ਵਿੱਚ ਜਿਸ ਤਰ੍ਹਾਂ ਹੁਣ ਤੱਕ ਆਪ ਜੀ ਪੁੱਛਦੇ ਆਏ ਹੋ ਉਸ ਤਰ੍ਹਾਂ। ਅਗਰ ਤੁਹਾਨੂੰ ਇਸ ਵਿੱਚ ਕੋਈ ਦਿੱਕਤ ਹੈ ਤਾਂ ਆਪ ਜੀ ਪੁੱਛ ਸਕਦੇ ਹੋ। ਹਾਂਜੀ, ਕਿਸੇ ਨੇ ਪੁੱਛਿਆ ਕਿ 4 ਕਿਸ ਤਰੀਕੇ ਨਾਲ ਬਣਾਉਣਾ। ਇੱਕ ਬਣਾਉਣ ਵਾਸਤੇ ਇਧਰੋਂ ਚੱਕੋ ਕਲਮ ਉੱਪਰ ਥੱਲੇ ਲੈ ਕੇ ਆਓ ਤੇ ਫਿਰ ਇਸ ਤਰੀਕੇ। ਹਾਂਜੀ, 5 ਬਣਾਉਣ ਦੇ ਵਾਸਤੇ ਜਿਵੇਂ ਅਸੀਂ ਪੱਪੇ ਦੀ ਮੁਹਾਰ ਸਿੱਖੀ ਸੀ ਉਸ ਤਰ੍ਹਾਂ ਸ਼ੁਰੂ ਕਰਨਾ ਹੈ, ਤਿੱਖਾ ਕਰਕੇ ਥੱਲੇ ਲੈ ਕੇ ਜਾਣਾ ਹੈ, ਉੱਪਰ ਲੈ ਕੇ ਜਾਣਾ ਹੈ ਤੇ ਫਿਰ ਸਿੱਧੀ ਲਾਈਨ ਥੱਲੇ ਤੱਕ ਲੈ ਆਉਣੀ। 4 ਸੰਗਤ ਜੀ 4 ਬਣਾਉਣ ਵਾਸਤੇ ਪਹਿਲਾਂ ਇੱਥੋਂ ਘੁਮਾਓ, ਫਿਰ ਇੱਥੋਂ, ਫਿਰ ਥੱਲੋਂ ਸਰਕਲ ਬਣਾ ਲਓ। ਹਾਂਜੀ, ਹੋਰ ਕਿਸੇ ਨੂੰ ਕਿਸੇ ਗਿਣਤੀ ਵਿੱਚ ਪ੍ਰੋਬਲਮ ਹੋਏ ਤਾਂ ਪੁੱਛ ਸਕਦੇ ਹਨ। ਅਸੀਂ ਅੱਗੇ ਹਾਂਜੀ, ਕਿਸੇ ਨੇ ਪੁੱਛਿਆ 3 ਬਣਾਉਣ ਵਾਸਤੇ ਜਿਹਨੂੰ ਅਸੀਂ ਇੰਗਲਿਸ਼ ਇਸ ਤਰ੍ਹਾਂ ਲਿਖਦੇ ਹਾਂ, ਗੁਰਮੁਖੀ ਚ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ, ਫਿਰ ਇਸ ਤਰ੍ਹਾਂ 2 ਹਾਫ ਸਰਕਲਸ ਹੋ ਗਏ, ਫਿਰ ਥੱਲੇ ਵੱਲ ਨੂੰ। ਹਾਂਜੀ ਸੰਗਤ ਜੀ 5 ਬਣਾਉਣ ਵਾਸਤੇ ਪਹਿਲਾਂ ਅਸੀਂ ਪੱਪੇ ਦੀ ਮੁਹਾਰ ਵਾਂਗ ਜਿਸ ਤਰ੍ਹਾਂ ਬਣਾਇਆ ਸੀ, ਇਹਨੂੰ ਇੱਥੋਂ ਘੁਮਾ ਲੈਣਾ, ਇੱਥੋਂ ਤਿੱਖਾ ਰੱਖਦੇ ਹੋਏ ਇਹਨੂੰ ਥੱਲੇ ਵੱਲ ਨੂੰ ਲੈ ਕੇ ਜਾਣਾ, ਫਿਰ ਉੱਪਰ ਵੱਲ ਨੂੰ ਤੇ ਫਿਰ ਥੱਲੇ ਵਾਲੀ ਲਾਈਨ। ਹਾਂਜੀ, 2 ਬਣਾਉਣ ਵਾਸਤੇ ਜਿਵੇਂ ਅਸੀਂ ਇੰਗਲਿਸ਼ ਲਿਖਦੇ ਹਾਂ ਉਸ ਤਰ੍ਹਾਂ ਹੀ ਬਸ ਸਾਰਾ ਘੁਮਾ ਕੇ ਲਿਖਣਾ ਤੇ ਕੱਕੇ ਵਾਂਗ ਬਣਾ ਦੇਣਾ, ਜਿਵੇਂ ਅਸੀਂ ਕੱਕਾ ਸਿੱਖਿਆ ਸੀ। ਹੁਣ ਅਸੀਂ ਆਪਣੇ ਅਗਲੇ ਗਿਣਤੀ ਵੱਲ ਚੱਲਦੇ ਹਾਂ। 6 ਨੂੰ ਪਹਿਲਾਂ ਇਸ ਤਰ੍ਹਾਂ ਉੱਪਰੋਂ ਬਣਾ ਲੈਣਾ, ਛੋਟਾ ਸਰਕਲ ਹਾਫ ਸੀ ਬਣਾ ਲੈਣਾ, ਉਸ ਤੋਂ ਬਾਅਦ ਇਸ ਤਰ੍ਹਾਂ ਘੁਮਾ ਕੇ ਇਸ ਤਰ੍ਹਾਂ। 7 ਬਣਾਉਣ ਵਾਸਤੇ ਅਸੀਂ ਇਸ ਤਰ੍ਹਾਂ ਲੈ ਕੇ ਜਾਵਾਂਗੇ। 8 ਵਾਸਤੇ ਪਹਿਲਾਂ ਇੱਥੋਂ ਪਿੱਛੇ ਲੈ ਕੇ ਜਾਓ, ਉੱਪਰ ਲੈ ਕੇ ਜਾਓ, ਘੁਮਾ ਕੇ ਥੱਲੇ ਲੈ ਕੇ ਆਓ। ਜਿਵੇਂ ਅਸੀਂ ਦੱਦਾ ਬਣਾਇਆ ਸੀ, ਦੱਦੇ ਵਿੱਚ ਜਿਵੇਂ ਅਸੀਂ ਮੁਹਾਰ ਤੋਂ ਬਾਅਦ ਬਣਾਏ ਸੀ ਉਹ ਵਾਲਾ ਹਿੱਸਾ 8 ਹੈ। 9 ਵੀ ਇਸੇ ਤਰੀਕੇ ਨਾਲ ਬਣਦਾ ਹੈ। ਪਹਿਲਾਂ ਤੁਸੀਂ 8 ਬਣਾ ਲਓ ਤੇ ਉਸ ਤੋਂ ਬਾਅਦ ਇਸ ਉੱਪਰ ਇਸ ਤਰ੍ਹਾਂ 9। ਉਸ ਤੋਂ ਬਾਅਦ 10 ਬਣਾਉਣ ਲਈ ਪਹਿਲਾਂ 1 ਜੋ ਅਸੀਂ ਉੱਪਰ ਸਿੱਖਿਆ, ਇਹ ਬਿਲਕੁਲ ਉਸ ਤਰੀਕੇ ਨਾਲ ਹੈ ਜੋ ਅਸੀਂ ਇੱਥੇ ਸਿੱਖਿਆ, ਉਸ ਤੋਂ ਬਾਅਦ 0। ਕਿਸੇ ਨੂੰ ਵੀ ਇਹਨਾਂ ਅੱਖਰਾਂ 'ਚ ਕੋਈ ਵੀ ਦਿੱਕਤ ਹੋਏ ਤਾਂ ਉਹ ਪੁੱਛ ਸਕਦੇ ਹਨ ਜੀ।
हाँ जी 8 ਜਦੋਂ ਅਸੀਂ 8 ਬਣਾਉਣਾ ਹੈ ਤਾਂ ਜਿਵੇਂ ਅਸੀਂ ਜਦੋਂ ਦੱਦੇ ਦੀ ਮੁਹਾਰ ਜਦੋਂ ਅਸੀਂ ਇਹ ਮੁਹਾਰ ਸਿੱਖੀ ਸੀ ਇਸ ਵਿੱਚ ਅਸੀਂ ਦੱਦਾ ਬਣਾਇਆ ਸੀ ਦੱਦਾ ਬਣਾਉਣ ਵੇਲੇ ਪਹਿਲਾਂ ਅਸੀਂ ਆਪਣੀ ਮੁਹਾਰ ਬਣਾਈ ਸੀ ਫਿਰ ਇੱਥੋਂ ਘੁਮਾ ਦਿੱਤਾ ਸੀ ਨਾ ਇਹੀ ਸੇਮ ਤਰੀਕੇ ਨਾਲ ਬਣਦਾ ਹੈ 8 ਜੋ ਇੱਥੇ ਬਣਾਇਆ जिस तरह ददे थल्ले बनाया सी सेम उस तरह ही बनाया अगर इसके ऊपर इस तरह सी बना दिए छोटा जा तब बन जाएगा 9 एक विच मोरी इन्नी क हुंदी है इस तो ज्यादा वड्डी नहीं हुंदी डिपेंड करता है कि तुसी कितना वड्डा लिख रहे हो तुसी जितना वड्डा एक लिखोगे उन्नी वड्डी मोरी हुंदी जाएगी नॉर्मल इन्नी की हुंदी है हाँ जी 6 बनाने वास्ते पहला ਅਸੀਂ ਦੋ ਵਾਰ ਇਥੋਂ ਘੁਮਾ ਦਾਂਗੇ ਉਸ ਬਾਅਦ ਅਸੀਂ ਛੋਟਾ ਸੀ ਬਣਾ ਦਾਂਗੇ 7 ਜਿਸ ਤਰ੍ਹਾਂ ਬਸ ਇਥੋਂ ਉੱਪਰ ਨੂੰ ਘੁਮਾ ਲੈਣਾ ਤੇ ਫਿਰ ਥੱਲੇ ਵੱਲ ਨੂੰ ਲੈ ਆਣਾ 7 ਬਣਾਉਣ ਵਾਸਤੇ ਆਪ ਜੀ ਇੱਕ ਵਾਰ ਦੇਖ ਲਓ ਜਿਨ੍ਹਾਂ ਨੇ ਪਹਿਲਾਂ ਨਹੀਂ ਕੀਤਾ ਹੋਇਆ ਉਹ ਇੱਕ ਦੋ ਵਾਰ ਕਰਨਗੇ ਤੇ ਬਾਣੀ ਤੁਸੀਂ ਪੜ੍ਹਦੇ ਹੋਏ ਜ਼ਰੂਰ ਦੇਖਿਆ ਹੋਏਗਾ ਕਿ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਜਦੋਂ ਕੋਈ ਪੌੜੀ ਖਤਮ ਹੁੰਦੀ ਹੈ ਤਾਂ 1 2 3 4 ਇਸ ਤਰ੍ਹਾਂ ਹੀ ਲਿਖਿਆ ਹੁੰਦਾ ਹੈ अब जी अगर उन्हें बार बार देखोगे तो अपने आप ही दिमाग च रहना शुरू हो जाएगा कि किस तरह लिखी जाती है चिंती गुरमुखी और किसी में स्पेसिफिकली कोई गिनती कोई नंबर नहीं आ रहा तो पूछ लेना हाँ जी दो विच मोरी वड्डी होएगी दो विच मोरी इन्ने की होएगी देखो जो ਅਸੀਂ ਕੱਕਾ ਬਣਾਉਂਦੇ ਆ ਕੱਕੇ ਵਿੱਚ ਅਸੀਂ ਇਹ ਮੋਰੀ ਵੱਡੀ ਰੱਖਦੇ ਆ ਜਦੋਂ ਦੋ ਬਣਾਉਂਦੇ ਆ ਦੋ ਵਿੱਚ ਅਸੀਂ ਇਸ ਤਰ੍ਹਾਂ ਰੱਖਦੇ ਆ ਇਹ ਹੈ ਦੋਨਾਂ ਵਿੱਚ ਡਿਫਰੈਂਸ ਇਹ ਸਾਡਾ ਕੱਕਾ ਹੈ ਤੇ ਇਹ ਸਾਡਾ ਸੈਕੰਡ ਨੰਬਰ ਹੈ ਹਾਂਜੀ 3 ਵਿੱਚ ਮੋਰੀ ਹੋਏਗੀ ਇਹਨਾਂ ਦੋਨਾਂ ਵਿੱਚ ਵੀ ਮੋਰੀ ਹੋਏਗੀ ਠੀਕ ਹੈ ਇਸ ਵਿੱਚ ਵੀ ਮੋਰੀ ਹੋਏਗੀ ਇਸ ਵਿੱਚ ਵੀ ਹੋਏਗੀ 2 ਚ ਵੀ ਹੋਏਗੀ ਤੇ 1 ਚ ਵੀ ਹੋਏਗੀ ਹਾਂਜੀ ਹੋਰ ਕਿਸੇ ਨੂੰ ਕੋਈ ਸਵਾਲ ਇਸ ਨਾਲ ਰਿਲੇਟਡ ਤਾਂ ਪੁੱਛ ਸਕਦੇ 8 8 ਸੰਗਤ ਜੀ 8 ਬਣਾਉਣ ਵਾਸਤੇ ਅਸੀਂ ਸਿੰਪਲ ਪਹਿਲਾ ਸਟੈਪ ਹੈ ਪਿੱਛੇ ਲੈ ਕੇ ਜਾਓ ਆਪਣਾ ਪੈਨ ਉਸ ਤੋਂ ਬਾਅਦ ਇਥੋਂ ਮੋਰੀ ਬਣਾਉਂਦੇ ਹੋਏ ਥੱਲੇ ਲੈ ਕੇ ਜਾਓ ਤੇ ਫਿਰ ਇਥੋਂ ਉੱਪਰ ਵੱਲ ਨੂੰ ਲੈ ਜਾਓ 8 ਬਣਾਇਆ हाँ जी वैसे अगर सबनों ये आ गई गिनती तो प्लीज अपने हैंड रेज कर दो ताकि मैंने तो पूछ लो फिर ਅਸੀਂ ਅੱਗੇ ਚੱਲਦੇ ਹਾਂ ਲਗਾ ਕਰਵਾਏ ਹਾਂਜੀ ਹੁਣ ਅਸੀਂ ਕਰਨ ਲੱਗੇ ਹਾਂ ਲਗਾ ਕਰ ਹਾਂਜੀ ਸੰਗਤ ਚੋਂ ਕਿਸੇ ਨੇ ਕੁਐਰੀ ਪੁੱਛੀ ਹੈ 10 ਬਣਾਉਣ ਵਾਸਤੇ ਜਿਵੇਂ ਅਸੀਂ ਇੱਕ ਬਣਾਇਆ ਸੀ ਉਸ ਤਰ੍ਹਾਂ ਇੱਕ ਬਣਾ ਦਾਂਗੇ ਤੇ ਫਿਰ ਜਿਵੇਂ ਅਸੀਂ ਇੰਗਲਿਸ਼ ਨੋਵਲ 0 ਬਣਾਉਂਦੇ ਹਾਂ ਉਸ ਤਰ੍ਹਾਂ 0 ਬਣ ਜਾਏਗੀ ਸਿੰਪਲ ਸਰਕਲ ਲਗਾਖਰ ਵਿੱਚ 3 ਚੀਜ਼ਾਂ ਆਉਂਦੀਆਂ ਹਨ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਪੰਜਾਬੀ ਲਿਖੀ ਹੋਈ ਦੇਖਦੇ ਹਾਂ ਤਾਂ ਉਸ ਵਿੱਚ ਬਿੰਦੀ ਲੱਗੀ ਹੁੰਦੀ ਹੈ ਤਾਂ ਜਿਨ੍ਹਾਂ ਕੋਲ ਤਾਂ ਪੈਨ ਹੈ ਉਹਦਾ ਸਿੰਪਲ ਡਾਟ ਲਗਾ ਦੇਣਗੇ ਤੇ ਜਿਨ੍ਹਾਂ ਕੋਲ ਕਲਮ ਹੈ ਇਹ ਪੈਨ ਵਾਲੇ ਜਿਨ੍ਹਾਂ ਕੋਲ ਕਲਮ ਹੈ ਜਦੋਂ 45 ਡਿਗਰੀ ਤੇ ਰੱਖਣਗੇ ਤਾਂ ਉਹਨਾਂ ਦੀ ਬਿੰਦੀ ਕੁਝ ਇਸ ਤਰੀਕੇ ਦੀ ਬਣੇਗੀ ਜਦੋਂ ਜਿਹੜੇ ਕਲਮ ਵਾਲੇ ਉਹਨਾਂ ਦੀ ਬਿੰਦੀ ਇਸ ਤਰੀਕੇ ਦੀ ਹੋਣੀ ਚਾਹੀਦੀ ਕਿਉਂਕਿ ਉਹ 45 ਡਿਗਰੀ ਤੇ ਰੱਖਣਗੇ
जिन्हां कोल पेन है उन्हां दी सिंपल डॉट बन जाएगा। ये है साडी बिंदी। बिंदी तो बाद आंदा टिप्पी। टिप्पी बनाने वास्ते जिवें आ साडी जो भी असी लिख रहे हैं पंजाबी या गुरमुखी उस उपर अखर दे उपर पैंदी है अद्धक। जिन्हां कोल पेन है या पेंसिल है उन्हां दी अद्धक इस तरीके दी बनेगी ते जिन्हां कोल है कलम उन्हां दी अद्धक बनेगी इस तरीके दी। कलम वाले बच्चों की इस तरीके की बनेगी, पेन वाले बच्चों की इस तरीके की बनेगी। हाँ जी, हाँ ये अद्धक है। ये साडी अद्धक है ते हुण साडी है टिप्पी। टिप्पी बनाने वास्ते पहला स्ट्रेट फिर ऊपर इस तरह। इस दे विच ध्यान रखने वाली ये गल है कि जदों असीं टिप्पी बनानी है या कोई भी मात्रा होर लगानी है तो इनू पूरे ऊपर तक नहीं लेके जाना, ये गलत तरीका है। अध तक तुसी लेके जा सकते हो इस तरह। ये हो गई टिप्पी। जिन्हां कोल पेन है उन्हां दी सिंपल बनेगी, जिन्हां कोल कलम है उन्हां दी टिप्पी इस तरीके दी बनेगी क्योंकि 45 डिग्री च लिखदे होणगे इस करके उन्हां दी इस तरीके दी बनेगी टिप्पी। हाँ जी, इन्हां विच जे किसी नूं कोई डाउट है तो पूछ सकते हैं। जी पहली है बिंदी, फिर है अद्धक, फिर टिप्पी। बिंदी विच जिन्हां कोल पेन है नॉर्मल पेन नाल डॉट लगा देंगे, जिन्हां कोल कलम है उन्हां दी इस तरीके दी बने क्योंकि 45 डिग्री तो शुरू करेंगे। अद्धक अद्धक विच असीं सिंपल बना दांगे, हाफ सर्कल पूरा नहीं लेके जाना, उस थल्ले ही रखांगे। मतलब जिवें साडा ये सर्कल हुंदा है, जिवें साडा ये हाफ सर्कल हुंदा है, असीं इस तरह नहीं बनाना, असीं इत्थे तक ही बनाना है। इन्नी की होएगी साडी अद्धक। टिप्पी लाइन ਨੂੰ ਟੱਚ ਕਰੇਗੀ। हाँ जी, टिप्पी लाइन ਨੂੰ टच करदी हुंदी है। जिन्हां को कलम है वो उपरों भी शुरू कर सकते हैं। तुसीं देखिया होएगा लिखतां दे विच जदों असीं हारी ब्यारी टिप्पी पांदे तां थोड़ा जिहा उत्तों दी शुरू करदे हैं। ये सिर्फ लिखण दा स्टाइल है, बट असल दे विच ये साडे इत्थे जुड़िया होना चाहिए डंडी दे नाल। इत्थे जुड़िया होना चाहिए थल्ले। ਇਹਨਾਂ ਨੂੰ ਲਗਾ ਅੱਖਰ ਕਿਉਂ ਕਹਿੰਦੇ ਹਨ? ਵਾਹਿਗੁਰੂ ਨੂੰ ਲਗਾਖਰ ਕਹਿੰਦੇ ਹਨ। ਮਤਲਬ ਅਸੀਂ ਤੁਸੀਂ ਲਗਾ ਮਾਤਰਾਵਾਂ ਤੇ ਲਗਾਖਰ ਦੇ ਵਿੱਚ ਕਨਫਿਊਜ਼ ਨਾ ਹੋਣਾ। ਲਗਾ ਮਾਤਰਾਵਾਂ ਅਸੀਂ ਕੀਤੀਆਂ ਸੀ ਸਿਹਾਰੀ, ਬਿਆਰੀ, ਮੁਕਤਾ, ਕਰਨਾ, ਉਹ ਲਗਾ ਮਾਤਰਾਵਾਂ ਸੀ। ਮਾਤਰਾਵਾਂ ਜੋ ਇਹ ਲਗਾਖਰ ਹਨ, ਉਹ ਲਗਾ ਮਾਤਰਾਵਾਂ ਸਨ। जिन्हां दा हो गया प्लीज हैंड रेज कर दो ते फिर ਅਸੀਂ ਅੱਗੇ ਚੱਲਦੇ ਹਾਂ। ਜਿਹੜੇ ਅੱਖਰ ਪੈਰ ਚ ਪੈਂਦੇ ਆ ਉਹਨਾਂ ਨੂੰ ਅਸੀਂ ਬੋਲਦੇ ਹਾਂ ਦੁੱਤ ਅੱਖਰ। ਜਿਨ੍ਹਾਂ ਦੇ ਹੋ ਗਿਆ ਹੈਂਡ ਰੇਜ਼ ਕਰ ਦੋ ਫਿਰ ਅਸੀਂ ਦੁੱਤ ਅੱਖਰ ਵੱਲ ਚੱਲਦੇ ਹਾਂ। Okay.
ਦੁੱਤ ਅੱਖਰ मतलब ਜਿਹੜੇ ਅੱਖਰ ਪੈਰਾਂ 'ਚ ਪੈਂਦੇ ਆ। ਇਹ ਜਿਵੇਂ ਕੋਈ ਵੀ ਅੱਖਰ ਹੈ, ਜਿਵੇਂ ਐੜਾ ਜਾਂ ਕੋਈ ਵੀ ਅੱਖਰ, ਤੇ ਇਹ ਅੱਖਰ ਥੱਲੇ ਪੈਂਦੇ ਹਨ। ਸਭ ਤੋਂ ਪਹਿਲਾ ਅੱਖਰ ਹੈ, ਜਿਵੇਂ ਅਸੀਂ ਲਿਖਿਆ ਪ੍ਰੇਮ, ਤਾਂ ਅਸੀਂ ਅਗਰ ਇਸ ਤਰ੍ਹਾਂ ਲਿਖ ਦੇਵਾਂਗੇ ਤਾਂ ਇਹ ਬਣ ਜਾਏਗਾ ਪ੍ਰੇਮ। ਪਰ ਸਾਨੂੰ ਪ੍ਰੇਮ ਨਹੀਂ ਬੋਲਣਾ, ਸਾਨੂੰ ਪੰਜਾਬੀ ਲਹਿਜੇ ਵਿੱਚ ਅਸੀਂ ਨਾ ਬੋਲਦੇ ਹਾਂ ਪ੍ਰੇਮ, ਤਾਂ ਇਹ ਆਏਗਾ ਇਸ ਤਰੀਕੇ ਦੇ ਨਾਲ, ਪੈਰ ਚਰਾਰਾ। ਜਿਵੇਂ ਅਸੀਂ ਲਿਖਦੇ ਹਾਂ, ਸਾਨੂੰ ਲਿਖਣਾ ਹੈ ਗ੍ਰੰਥ, ਤਾਂ ਅਸੀਂ ਅਗਰ ਇਸ ਤਰ੍ਹਾਂ ਲਿਖ ਦੇਵਾਂਗੇ ਤਾਂ ਇਹ ਬਣ ਜਾਏਗਾ ਗਰੰਥ। ਪਰ ਅਸੀਂ ਬੋਲਣਾ ਗ੍ਰੰਥ, ਗੱਗਾ ਤੇ ਰਾਰੇ ਦਾ ਮਿਕਸਚਰ, ਇਸ ਕਰਕੇ ਅਸੀਂ ਪੈਰ ਚ ਪਾਉਂਦੇ ਹਾਂ। ਗ੍ਰੰਥ, ਅਸੀਂ ਗ੍ਰੰਥ ਨਹੀਂ ਬੋਲਣਾ, ਅਸੀਂ ਗੱਗੇ ਤੇ ਰਾਰੇ ਦਾ ਮਿਕਸਚਰ ਬੋਲਣਾ, ਤਾਂ ਅਸੀਂ ਇਹ ਰਾਰਾ ਕੱਢ ਕੇ ਇਹਨੂੰ ਪੈਰ ਚ ਲਗਾ ਦਿੰਦੇ ਹਾਂ, ਤਾਂ ਅਸੀਂ ਗੱਗੇ ਤੇ ਰਾਰੇ ਦਾ ਮਿਕਸਚਰ ਬੋਲ ਸਕਦੇ ਹਾਂ, ਗ੍ਰੰਥ। ਇਹ ਹੈ ਜਦੋਂ ਪੈਰ ਦੇ ਵਿੱਚ ਰਾਰਾ ਪੈਂਦਾ। ਜਿਹਨੂੰ ਇਸ ਦੇ ਵਿੱਚ ਕੋਈ ਦਿੱਕਤ ਹੈ ਤਾਂ ਪੁੱਛ ਸਕਦੇ ਹਨ, ਕੋਈ ਵੀ ਸਵਾਲ ਇਸ ਦੇ ਰਿਲੇਟਡ। हाँ जी भाई, कोई हो गया तो अपने हैंड रेज कर दो। अगर सानू इन्हां दा मिक्सचर बोलना है ਤਾਂ ਫਿਰ ਅਸੀਂ ਇਹ ਯੂਜ਼ ਕਰਦੇ ਹਾਂ ਪੈਰ ਦੇ ਵਿੱਚ। ਹੋ ਗਿਆ, ਠੀਕ ਹੈ। ਇਹ ਹੋ ਗਿਆ ਜਦੋਂ ਅਸੀਂ ਪੈਰ ਦੇ ਵਿੱਚ ਰਾਰਾ ਪਾਇਆ। ਹੁਣ ਅਸੀਂ ਹਾਹੇ ਦੀ ਆਵਾਜ਼, ਜਦੋਂ ਹਾਹਾ ਦਾ ਮਿਕਸਚਰ ਪੜਨਾ ਹੋਵੇ, ਕਿਸੇ ਵੀ ਅੱਖਰ ਦੇ ਨਾਲ ਹਾਹਾ ਮਿਕਸ ਹੋ ਚੁੱਕਾ ਹੈ, ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਪੜਾਂਗੇ? ਜਿਵੇਂ ਅਸੀਂ ਕਿਹਾ ਪੜ, ਤਾਂ ਇਹ ਸਿੰਪਲ ਹੋ ਗਿਆ ਪੜ। ਪਰ ਸਾਨੂੰ ਪੰਜਾਬੀ ਲਹਿਜੇ ਵਿੱਚ ਅਸੀਂ ਨੂੰ ਬੋਲਦੇ ਹਾਂ ਪੜ, ਝਟਕਾ ਦੇ ਕੇ, ਹਾਹਾ। ਪੜ ਚੰਡੀਗੜ੍ਹ, ਤਾਂ ਥੱਲੇ ਅਸੀਂ ਇਹ ਹਾਹਾ ਪਾਉਂਦੇ ਹਾਂ। ਮੋਰੀ ਹੁੰਦੀ ਹੈ ਰਾਰੇ ਵਿੱਚ? ਹਾਂਜੀ, ਤੁਸੀਂ ਇਸ ਵਿੱਚ ਪਾਣਾ ਚਾਹੋ ਪਾ ਸਕਦੇ ਹੋ, ਨਾ ਪਾਣਾ ਚਾਹੋ ਨਹੀਂ ਪਾਓ। ਕੋਈ ਕੰਪਲਸ਼ਨ ਨਹੀਂ ਹੈ ਕਿ ਤੁਸੀਂ ਰਾਰੇ ਦੇ ਵਿੱਚ ਮੋਰੀ ਪਾਣੀ ਹੀ ਪਾਣੀ ਹੈ, ਇਸ ਤਰ੍ਹਾਂ ਦੀ ਕੋਈ ਕੰਪਲਸ਼ਨ ਨਹੀਂ। ਪਰ ਅਗਰ ਤੁਸੀਂ ਪਾਓਗੇ ਤਾਂ ਮਤਲਬ ਉਹ ਐਗਜ਼ੈਕਟ ਲੱਗੇਗਾ। ਅਗਰ ਨਹੀਂ ਵੀ ਪੈਂਦੀ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਪਾਣਾ ਹੀ ਪਾਣਾ। ਇਹ ਹਾਹੇ ਦੀ ਆਵਾਜ਼ ਹੀ ਕਰੋ। ਹਾਹਾ ਅਸੀਂ ਇਸ ਤਰ੍ਹਾਂ ਕਰਕੇ ਨਹੀਂ ਪਾਣਾ, ਬਿਨਾਂ ਲਾਈਨ ਤੋਂ ਪਾਣਾ ਇਸ ਤਰ੍ਹਾਂ, ਜਦੋਂ ਅਸੀਂ ਪੈਰ ਦੇ ਵਿੱਚ ਪਾਣਾ। ਜਿਵੇਂ ਸਾਲ ਨੂੰ ਬੋਲਦੇ ਆ ਵਰਾ, ਤਾਂ ਨਾਰਮਲ ਹੋ ਗਿਆ ਵਰਾ। ਪਰ ਜਦੋਂ ਅਸੀਂ ਸਾਲ ਦੀ ਗੱਲ ਕਰੀਏ ਤਾਂ ਇਹ ਬਣ ਜਾਂਦਾ ਹੈ ਹਾਹਾ। ਇਹ ਸਾਡੀ, ਇਹਨੂੰ ਬੋਲਦੇ ਦੁੱਤ ਅੱਖਰ ਜਿਹੜੇ ਪੈਰ ਚ ਪੈਂਦੇ ਆ। ਤੀਸਰੇ ਅੱਖਰ ਜਿਹੜੇ ਯੂਜ਼ ਹੁੰਦੇ ਆ, ਤੀਸਰਾ ਦੁੱਤ ਅੱਖਰ ਹੈ ਵਾਵਾ। ਜਦੋਂ ਅਸੀਂ ਇਹਨੂੰ ਪੈਰ ਚ ਪਾਉਂਦੇ ਹਾਂ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਲਿਖਦੇ, ਅਸੀਂ ਲਿਖਦੇ ਹਾਂ ਇਸ ਤਰੀਕੇ ਦੇ ਨਾਲ, ਜਦੋਂ ਇਹ ਅੱਖਰ ਪੈਰ ਚ ਪੈਂਦਾ ਹੈ।
ਜਿਵੇਂ ਤੌ ਪ੍ਰਸਾਦ ਸਵਈਏ ਵਿੱਚ ਆਉਂਦਾ ਹੈ ਤਵੈ, ਤਾਂ ਤੱਤਾ, ਉਸ ਤੋਂ ਬਾਅਦ ਵਾਵਾ, ਤਵੈ। ਹੁਣ ਇਹਨੂੰ ਅਸੀਂ ਅਗਰ ਇਸ ਤਰ੍ਹਾਂ ਲਿਖਾਂਗੇ ਤਾਂ ਇਹ ਬਣ ਜਾਏਗਾ ਤਵੈ। ਤਵੈ ਨਹੀਂ ਹੈ, ਤਵੈ ਹੈ, ਜਦੋਂ ਦੋਨੋਂ ਦਾ ਮਿਕਸਚਰ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਹੈ ਸਵੈ ਜੀਵਨੀ। ਤਾਂ ਇਹ ਸਵੈ ਨਹੀਂ ਹੈ, ਸਵੈ ਨਹੀਂ ਹੈ, ਸਵੈ ਹੈ, ਇਹ ਦੋਨਾਂ ਦਾ ਮਿਕਸਚਰ। ਤਾਂ ਅਸੀਂ ਇੱਥੋਂ ਕੱਢ ਦਾਂਗੇ, ਇੱਧਰ ਹੀ ਪਾ ਦਾਂਗੇ। ਕਿਵੇਂ ਬੋਲਣਾ? ਇਹਨਾਂ ਦੇ ਰਿਲੇਟਡ ਅਗਰ ਕੋਈ ਡਾਊਟ ਹੈ ਤਾਂ ਆਪ ਜੀ ਪੁੱਛ ਸਕਦੇ ਹੋ। ਇਹ ਸਾਡੇ 3 ਦੁੱਤ ਅੱਖਰ ਹੁੰਦੇ ਹਨ, ਰਾਰਾ, ਹਾਹਾ ਤੇ ਵਾਵਾ। ਰਾਰਾ ਪੈਚ ਇਸ ਤਰੀਕੇ ਨਾਲ ਪੈਂਦਾ ਹੈ, ਜਦੋਂ ਅਸੀਂ ਰਾਰਾ ਪਾਣਾ ਤਾਂ ਉਹ ਪਏਗਾ ਇਸ ਤਰੀਕੇ ਦੇ ਨਾਲ। ਜਦੋਂ ਹਾਹਾ ਪਾਣਾ ਤਾਂ ਉਹ ਪਏਗਾ ਇਸ ਤਰੀਕੇ ਦੇ ਨਾਲ। ਜਦੋਂ ਵਾਵਾ ਪਾਣਾ ਤਾਂ ਉਹ ਪਏਗਾ ਇਸ ਤਰੀਕੇ ਦੇ ਨਾਲ ਪੈਰ ਦੇ ਵਿੱਚ। ਬਿਹਾਰੀ ਦੱਸ ਦਿਓ ਇੱਕ ਵਾਰੀ। ਹਾਂਜੀ, ਕਿਸੇ ਦੀ ਕੁਐਰੀ ਆਈ ਹੈ? ਬਿਹਾਰੀ। ਬਿਹਾਰੀ ਵਾਸਤੇ ਅਸੀਂ ਪਹਿਲਾਂ ਸਟ੍ਰੇਟ ਲਾਈਨ ਖਿੱਚਣੀ ਹੈ, ਜਦ ਤੱਕ ਸਾਡੀ ਡਬਲ ਲਾਈਨ ਕਾਪੀ ਤੱਕ ਲਾਈਨ ਜਾਂਦੀ ਹੈ। ਉਸ ਤੋਂ ਬਾਅਦ ਇਹਨੂੰ ਫ੍ਰੀ ਹੈਂਡ ਛੱਡ ਦੇਣਾ ਅਗਲੀ ਲਾਈਨ ਤੱਕ। ਉਸ ਤੋਂ ਬਾਅਦ ਅਸੀਂ ਇਹਨੂੰ ਇਸ ਤਰ੍ਹਾਂ ਉੱਪਰੋਂ ਜਾ ਕੇ ਪੱਲੇਵਾਰ। ਇਹ ਸਭ ਤੋਂ ਸੌਖਾ ਤਰੀਕਾ ਹੈ ਬਿਹਾਰੀ ਬਣਾਉਣ ਦਾ। ਅਗਰ ਇਸ ਤੋਂ ਵੀ ਸੌਖਾ ਹੈ ਤਾਂ ਆਪ ਜੀ ਸੁਜੈਸਟ ਕਰ ਸਕਦੇ ਹੋ, ਪਰ ਜੋ ਤੁਸੀਂ ਕਲਮ ਨਾਲ ਲਿਖੋਗੇ ਤੁਸੀਂ ਦੇਖੋਗੇ ਕਿ ਇਹ ਵੀ ਇੱਕ ਸੌਖਾ ਤਰੀਕਾ ਹੈ ਬਿਹਾਰੀ ਬਣਾਉਣ ਦਾ। ਕਈ ਬਿਹਾਰੀ ਇਸ ਤਰ੍ਹਾਂ ਬਣਾਉਂਦੇ ਹਨ ਤਾਂ ਉਹਨਾਂ ਨੂੰ ਸਿਹਾਰੀ ਉਹਨਾਂ ਕੋਲ ਇਸ ਤਰ੍ਹਾਂ ਦੀ ਨਹੀਂ ਬਣਦੀ। ਇਸ ਕਰਕੇ ਅਗਰ ਆਪ ਜੀ ਇਸ ਤਰ੍ਹਾਂ ਬਣਾਉਂਦੇ ਹੋ ਤੁਹਾਡੇ ਕੋਲ ਸਿਹਾਰੀ ਬਿਹਾਰੀ ਸੇਮ ਤਰੀਕੇ ਦੀ ਬਣ ਜਾਂਦੀ ਹੈ। ਤੁਸੀਂ ਇਸ ਤਰ੍ਹਾਂ ਦੀ ਵੀ ਯੂਜ਼ ਕਰ ਸਕਦੇ ਹੋ, ਇਸ ਤਰ੍ਹਾਂ ਦੀ ਵੀ ਕਰ ਸਕਦੇ ਹੋ, ਦੋਨੋਂ ਸਹੀ ਹੈ। ਹਾਂਜੀ, ਹੋਰ ਕਿਸੇ ਨੂੰ ਇਹਨਾਂ ਅੱਖਰਾਂ ਵਿੱਚ ਕੋਈ ਡਾਊਟ ਹੋਏ ਤਾਂ ਉਹ ਪੁੱਛ ਸਕਦੇ ਹਨ ਜੀ। ਜੇ ਹੋ ਗਿਆ ਤਾਂ ਪਲੀਜ਼ ਆਪ ਜੀ ਆਪਣੇ हैंड रेस कर दो, क्योंकि ਅਸੀਂ ਹੁਣ ਸਾਡੇ ਬੇਸਿਕ ਜੋ ਮੁਹਾਰਾ ਹੈ 35 ਹੈ ਉਹ ਸਭ ਹੋ ਚੁੱਕਾ ਹੈ। ਹੁਣ ਅਸੀਂ ਥੋੜਾ ਜਿਹਾ ਸਿੱਖਾਂਗੇ, ਸਾਡੇ ਕੋਲ 5 ਮਿੰਟ ਹੋਰ ਹੈਗੇ ਹਨ। ਅਸੀਂ ਥੋੜਾ ਜਿਹਾ ਸਿੱਖਾਂਗੇ ਕਿ ਜਦੋਂ ਅਸੀਂ ਲਿਖੀਏ ਅੱਖਰ ਜੋੜ ਤਾਂ ਉਹਨਾਂ ਵਿੱਚ ਸਪੇਸਿੰਗ ਕਿਸ ਤਰੀਕੇ ਦੀ ਹੋਏ। ਕਿ ਜਦੋਂ ਅਸੀਂ ਬਾਣੀ ਲਿਖੀਏ ਤਾਂ ਉਹਨਾਂ ਵਿੱਚ ਸਾਨੂੰ ਇਸ ਤਰ੍ਹਾਂ ਲੱਗੇ ਕਿ ਪਹਿਲੇ ਅੰਗ ਤੇ ਅਸੀਂ ਬਾਣੀ ਕਿਸੇ ਹੋਰ ਤਰੀਕੇ ਨਾਲ ਲਿਖੀ ਹੈ ਤੇ ਦੂਸਰੇ ਅੰਗ ਤੇ ਕਿਸੇ ਹੋਰ ਤਰੀਕੇ ਨਾਲ। ਅੱਖਰਾਂ ਦਾ ਫੌਂਟ ਤਾਂ ਤੁਹਾਡਾ ਸੇਮ ਹੋ ਜਾਏਗਾ, ਪਰ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਵੀ ਸੇਮ ਹੋਣਾ ਚਾਹੀਦਾ। ਹਾਂਜੀ, ਕਿਸੇ ਨੇ ਪ੍ਰੋਨਾਂਸੀਏਸ਼ਨ ਬਾਰੇ ਪੁੱਛਿਆ। ਅਸੀਂ ਇੱਥੇ ਅੱਖਰਕਾਰੀ ਸਿੱਖਣ ਆਏ ਹਾਂ। ਇਸ ਦੀ ਪ੍ਰੋਨਾਂਸੀਏਸ਼ਨ ਦੀ ਵੀ ਇੱਕ ਵੀਡੀਓ ਬਣਾਈ ਹੋਈ ਹੈ, ਉਹ ਆਪ ਜੀ ਨੂੰ ਆਪ ਜੀ ਦੇ ਗਰੁੱਪ 'ਚ ਮਿਲ ਜਾਏਗੀ। ਹੁਣ ਸਾਡੇ ਕੋਲ 5-10 ਮਿੰਟ ਰਹਿ ਗਏ ਹਨ ਤਾਂ ਅਸੀਂ ਹੁਣ ਇਸ ਦੀ ਸਪੇਸਿੰਗ ਸਿੱਖਾਂਗੇ। ਉਸ ਤੋਂ ਬਾਅਦ ਫਿਰ ਅਸੀਂ ਸਗੋਂ ਸਮਾਂ ਬਚਦਾ ਹੈ ਤਾਂ ਅਸੀਂ ਪ੍ਰੋਨਾਂਸੀਏਸ਼ਨ ਤੇ ਵੀ ਆਵਾਂਗੇ। ਹਾਂਜੀ, ਕਿਸੇ ਬੱਚੇ ਨੇ ਸਵਾਲ ਪੁੱਛਿਆ ਕਿ ਲਾਲ ਪੈਨ ਨਾਲ ਕੈਲੀਗ੍ਰਾਫੀ ਵਿੱਚ ਕਿਸ ਤਰ੍ਹਾਂ ਲਿਖੀਏ। ਵਾਹਿਗੁਰੂ, ਉਹ ਤਾਂ ਤੁਸੀਂ ਲਾਲ ਇੰਕ ਲਓ ਜਾਂ ਫਿਰ ਤੁਸੀਂ ਲਾਲ ਕੈਲੀਗ੍ਰਾਫੀ ਸਕੈਚ ਪੈਨਸ ਆ ਜਾਂਦੇ ਆ। 10 ਰੁਪਏ ਦਾ ਇੱਕ ਹੁੰਦਾ ਸਕੈਚ ਪੈਨ, ਉਹ ਕੈਲੀਗ੍ਰਾਫੀ ਸਕੈਚ ਪੈਨ ਹੈ, ਉਹ ਤੁਹਾਨੂੰ ਹਰ ਕਿਸੇ ਕਲਰ ਦੇ ਮਿਲ ਜਾਣਗੇ। ਅਗਰ ਤੁਹਾਨੂੰ ਕਲਮ ਨਾਲ ਲਿਖਣਾ ਹਜੇ ਨਹੀਂ ਆਉਂਦਾ, ਜੇ ਕਲਮ ਨਾਲ ਲਿਖਣਾ ਆਉਂਦਾ ਫਿਰ ਲਾਲ ਇੰਕ ਵੀ ਮਿਲ ਜਾਂਦੀ ਹੈ। ਹੁਣ ਅਸੀਂ ਸਾਰਾ ਬੇਸਿਕ ਸਟਰਕਚਰ ਸਿੱਖ ਲਿਆ। ਇਹ ਮੂਲ ਮੰਤਰ ਹੈ, ਫਾਈਨਲ ਹੈ। ਆਪ ਜੀ ਨੇ ਇਹ ਮੂਲ ਮੰਤਰ ਮੇਰੇ ਨਾਲ ਲਿਖਣਾ ਹੈ
ताकि सानू बेसिक डिफरेंस पता लग जाए कि की हैगा ਜਦੋਂ ਅਸੀਂ ਅੱਖਰ ਲਿਖਣੇ ਆ ਉਹਨਾਂ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਫਰਕ ਕਰੀਏ। ਸੋ 35 ਕਿਉਂਕਿ ਆਪ ਸਭ ਨੇ ਠੀਕ ਲਿਖ ਕੇ ਭੇਜ ਦਿੱਤੀ ਸੀ, ਬਹੁਤ ਬੇਸਿਕ ਜੀ ਗਲਤੀਆਂ ਸੀ ਕਿਸੇ ਦੀਆਂ, ਵੈਸੇ ਆਲਮੋਸਟ ਸਾਰਿਆਂ ਨੇ ਬਹੁਤ ਹੀ ਪਿਆਰਾ ਲਿਖਿਆ ਸੀ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹੁਣ ਅਸੀਂ 35 ਵੱਲ ਪ੍ਰੋਸੀਡ ਅਸੀਂ ਮੂਲ ਮੰਤਰ ਵੱਲ ਪ੍ਰੋਸੀਡ ਕਰ ਸਕਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਡਿਫਰੈਂਸ ਰੱਖਣਾ ਬਾਣੀ ਲਿਖਦੇ ਹੋਏ। ਤੁਸੀਂ ਮੂਲ ਮੰਤਰ ਵਿੱਚ ਜਦੋਂ ਇੱਕ ਓਂਕਾਰ ਲਿਖਣਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ ਓਂਕਾਰ। ਓਂਕਾਰ ਵਿੱਚ ਜਿਹੜਾ ਅਸੀਂ ਊੜਾ ਬਣਾਵਾਂਗੇ ਉਹ ਇਸ ਤਰੀਕੇ ਨਾਲ ਬਣਾਵਾਂਗੇ। ਬਾਣੀ ਵਿੱਚ ਕਈ ਤਰੀਕੇ ਨਾਲ ਓਂਕਾਰ ਬਣਾਏ ਗਏ ਹਨ, ਅਸੀਂ ਕੋਈ ਵੀ ਤਰੀਕਾ ਯੂਜ਼ ਕਰ ਸਕਦੇ ਹਾਂ। ਫਿਰ ਏਕਾ ਬਣਾਉਣ ਲਈ ਥੱਲੇ ਤੱਕ ਲੈ ਕੇ ਆਓ ਇਸ ਤਰੀਕੇ ਦੇ ਨਾਲ, ਫਿਰ ਉੱਪਰੋਂ ਘੁਮਾ ਦਿਓ, ਸਾਡਾ ਬਣ ਗਿਆ ਇੱਕ ਓਂਕਾਰ। ਜੇ ਇਸ ਨੂੰ ਲਿਖਣ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਆਪਣੇ ਹੈਂਡ ਰੇਜ਼ ਕਰਕੇ ਪੁੱਛ ਸਕਦੇ ਹਨ ਜੀ। ठीक है, अगला ਅਸੀਂ ਲਿਖਣਾ ਹੈ ਇੱਕ ਓਂਕਾਰ ਤੋਂ ਬਾਅਦ ਆਉਂਦਾ ਹੈ ਸਤਨਾਮ। ਹਾਂਜੀ, ਕਿਸ ਸੰਗਤ ਚੋਂ ਕਿਸੇ ਨੇ ਪੁੱਛਿਆ ਫਿਰ ਤੋਂ ਦੱਸੋ। ਜਿਸ ਤਰ੍ਹਾਂ ਅਸੀਂ ਊੜਾ ਸਿੱਖਿਆ ਸੀ ਅਸੀਂ ਉਸ ਤਰ੍ਹਾਂ ਵੀ ਬਣਾ ਸਕਦੇ ਹਾਂ, ਪਰ ਜ਼ਿਆਦਾਤਰ ਸਾਨੂੰ ਇਸ ਤਰੀਕੇ ਨਾਲ ਲਿਖਿਆ ਮਿਲਦਾ ਹੈ, ਇਸ ਕਰਕੇ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ। ਪਹਿਲਾਂ ਸਟ੍ਰੇਟ ਲਾਈਨ ਥੱਲੇ ਲੈ ਕੇ ਆਓ, ਇੱਧਰ ਨੂੰ ਘੁਮਾ ਲਓ, ਫਿਰ ਇੱਥੋਂ ਲੈ ਕੇ ਆਓ, ਉੱਪਰੋਂ ਥੱਲੇ ਲੈ ਕੇ ਜਾਣਾ ਹੈ ਜਿਸ ਤਰ੍ਹਾਂ ਅਸੀਂ ਊੜਾ ਬਣਾਉਂਦੇ ਸੀ, ਬਾਕੀ ਬਿਲਕੁਲ ਸੇਮ ਹੈ। ਤੇ ਅੱਗੋਂ ਦੀ ਅਸੀਂ ਓਂਕਾਰ ਬਣਾ ਲੈਣਾ ਤੇ ਉਸ ਤੋਂ ਬਾਅਦ ਇੱਥੇ ਇੱਕ, ਜਿਸ ਤਰ੍ਹਾਂ ਅਸੀਂ ਗਿਣਤੀ ਵਿੱਚ ਹੁਣੇ ਇੱਕ ਸਿੱਖਿਆ। ਇਸ ਤੋਂ ਬਾਅਦ ਸਤਨਾਮ ਤਾਂ ਸੱਸਾ, ਜਿਸ ਤਰ੍ਹਾਂ ਤੁਸੀਂ ਸਿੱਖਿਆ ਸਾਰਿਆਂ ਨੇ। ਫਿਰ ਸਿਹਾਰੀ, ਸਿਹਾਰੀ ਇਸ ਤਰੀਕੇ ਨਾਲ ਬਣੇਗੀ ਤੇ ਫਿਰ ਤੱਤਾ। ਆਪ ਜੀ ਕੋਲ ਪੰਜਾਬੀ ਦੀ ਕਾਪੀ ਹੋਏਗੀ, ਤੁਸੀਂ ਲਾਈਨਸ ਦੇ ਵਿੱਚ ਲਿਖਣਾ ਹੈ। ਮੇਰੇ ਕੋਲ ਇੱਥੇ ਲਾਈਨਸ ਨਹੀਂ ਹਨ, ਆਪ ਜੀ ਨੇ ਲਾਈਨਸ ਦੇ ਵਿੱਚ ਲਿਖਣਾ ਹੈ। ਅਗਰ ਆਪ ਜੀ ਦੀ ਇਹ ਕਾਪੀ ਹੈ ਤਾਂ ਤੁਸੀਂ ਇੱਥੇ ਪਾਇਆ ਸੱਸਾ, ਤਾਂ ਜਿਹੜੇ ਤੁਸੀਂ ਥੱਲੇ ਤੀਰ ਮੁਖੀ ਲੈ ਕੇ ਜਾਣੀ ਉਹ ਬਿਲਕੁਲ ਥੱਲੇ ਤੱਕ ਲੈ ਕੇ ਜਾਣੀ ਹੈ, ਤੇ ਜਿਹੜੀ ਉੱਪਰ ਮਾਤਰਾਵਾਂ ਹੈ ਉਹ ਇਹਦੇ ਅੱਧ ਤੱਕ ਹੀ ਲੈ ਕੇ ਆਣੀ ਹੈ। ਇਹ ਸਪੇਸ ਖਾਲੀ ਰਹੇਗੀ ਤੇ ਇਸ ਦੇ ਵਿੱਚ ਤੁਸੀਂ ਆਪਣੀ ਸਿਹਾਰੀ ਬਿਹਾਰੀ ਦੀ ਜੋ ਮਾਤਰਾਵਾਂ ਉਸ ਤੱਕ ਲੈ ਕੇ ਆਣੀ ਹੈ, ਇਸ ਤੋਂ ਉੱਪਰ ਨਹੀਂ ਲੈ ਕੇ ਜਾਣੀਆਂ। ਸੱਤ ਤੋਂ ਬਾਅਦ ਨਾਮ, ਨੰਨਾ। ਹੁਣ ਅਸੀਂ ਸਾਰੇ ਅੱਖਰ ਸਿੱਖ ਲਏ, ਇਸ ਕਰਕੇ ਸਾਨੂੰ ਲਿਖਣ 'ਚ ਕੋਈ ਦਿੱਕਤ ਨਹੀਂ ਆਣੀ ਚਾਹੀਦੀ। ਆਪ ਜੀ ਚਾਹੋ ਤਾਂ ਵਿੱਚ ਇਸ ਤਰ੍ਹਾਂ ਜਗ੍ਹਾ ਦੇ ਕੇ ਵੀ ਲਿਖ ਸਕਦੇ ਹੋ, ਕਿਉਂਕਿ ਸਾਨੂੰ ਪੁਰਾਤਨ ਲਿਖਤਾਂ ਦੇ ਵਿੱਚ ਇਸ ਤਰ੍ਹਾਂ ਦੀ ਲਿਖਤ ਮਿਲਦੀ ਹੈ ਜਿਸ ਦੇ ਵਿੱਚ ਅੱਖਰਾਂ ਦੇ ਵਿੱਚ ਸਪੇਸ ਹੈ ਇੱਥੇ, ਬਟ ਅਗਰ ਤੁਸੀਂ ਨਹੀਂ ਲਿਖਣਾ ਤੁਸੀਂ ਨਾਰਮਲ ਸਟ੍ਰੇਟ ਲਾਈਨ ਲਗਾ ਕੇ ਵੀ ਲਿਖ ਸਕਦੇ ਹੋ। ਸਤਨਾਮ, ਉਸ ਤੋਂ ਬਾਅਦ ਕਰਤਾ। ਪੁਰਖ। ਹਾਂਜੀ, ਇਸ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੋਵੇ ਲਿਖਣ ਦੇ ਵਿੱਚ ਤਾਂ ਉਹ ਪੁੱਛ ਲੈਣ।
नोटबुक किसी ने पूछा कि केड़ी नोटबुक यूज करिए। सब तो बेटर है क्योंकि तुसी स्टार्ट करना है, तुसी मैथ्स दी जेड़ी नोटबुक है बॉक्सेस वाली वो यूज करो ताकि तुहाडी अखरां दी जेड़ा साइज है वो एक ढांचे च आ सके, एक पैटर्न च आ सके कि तुसी किस तरीके नाल लिखना है। पर जो तुहाडी एक बार परफेक्शन बन जाती है फिर तुसी नॉर्मल वाइट पेज लैके या बॉन्ड शीट लैके उस ऊपर पेंसिल नाल लाइंस लगा के लिख सकते हो। बट फॉर द स्टार्टिंग तुसी हजे मैथ्स नोटबुक तो ही लिखोगे ताकि थोड़े अखर एक शेप च आ जान, सारे अखर बराबर बराबर लिखे जान। इस करके हुण इन्हां विच जिहड़ी स्पेस है वो ऑलमोस्ट सेम है। तुसीं देखो माड़ा मोटा फर्क हो सकता है क्योंकि ਅਸੀਂ एग्जैक्ट स्केल ਨਾਲ मेजर करके नहीं लिख रहे, पर इस तरह नहीं होना चाहिए कि अखर बिल्कुल ही नाल लगे हुए हैं। जिवें ਤੁਸੀਂ लिखिया करता ਤਾਂ ਇਹ ठीक है। इस तरह नहीं होना चाहिए कि कक्के दे विच ही इस तरह रारा आ रहा है, इस तरह नहीं होना चाहिए, तो सानू पढ़न च मुश्किल होएगी। करता इस तरह लिखना। हुण ਅਸੀਂ लिख लिया, इस तो बाद आना तत्ता दूसरी मुहार नाल। हाँ जी, ਤੁਸੀਂ ਜਿਹੜੀ ਮੁਹਾਰ ਫੋਲੋ ਕਰਦੇ ਪਿਓ ਤੁਸੀਂ ਇसी ਮੁਹਾਰ ਨਾਲ ਲਿਖਣਾ ਹੈ क्योंकि ਆਪਾਂ ਹਜੇ ਆ ਮੁਹਾਰ ਸਿੱਖੀ ਹੈ। ਇਸ ਤੋਂ ਬਾਅਦ ਇਹ ਐਡਵਾਂਸ ਲੈਵਲ ਹੈ ਕਿਉਂਕਿ ਅਸੀਂ ਇੱਥੇ ਊੜਾ ਇਸ ਤਰੀਕੇ ਨਾਲ ਬਣਾ ਲਿਆ, ਇਸ ਕਰਕੇ ਅਸੀਂ ਤੱਤਾ ਵੀ ਇਸ ਤਰੀਕੇ ਨਾਲ ਬਣਾ ਰਹੇ ਹਾਂ। ਇੱਥੇ ਵੀ ਤੱਤਾ ਇਸ ਤਰੀਕੇ ਨਾਲ ਬਣਾ ਲਿਆ, ਪਰ ਆਪ ਜੀ ਚਾਹੋ ਤਾਂ ਇਹ ਵੀ ਯੂਜ਼ ਕਰ ਸਕਦੇ ਹੋ। ਇਹ ਅਸੀਂ ਸ਼ਾਰਟਕਟ ਸਿੱਖੇ ਹਨ। ਇਹਦਾ ਮਤਲਬ ਇਹ ਨਹੀਂ ਕਿ ਆਹ ਵਾਲਾ ਤੱਤਾ ਗਲਤ ਹੈ, ਆਹ ਵੀ ਤੱਤਾ ਸਹੀ ਹੈ, ਪਰ ਇਸ ਤਰ੍ਹਾਂ ਲਿਖਣ ਦੇ ਨਾਲ ਤੁਹਾਡੇ ਸਾਰੇ ਅੱਖਰ ਇਕਸਾਰ ਹੋਣਗੇ। ਜੋ ਤੁਸੀਂ ਬਾਣੀ ਲਿਖੋਗੇ ਸਾਰੇ ਅੱਖਰ ਇਕਸਾਰ ਹੋਣਗੇ ਕਿਉਂਕਿ ਅਸੀਂ ਇੱਥੇ ਊੜੇ ਦੀ ਬੰਤਨ ਚੇਂਜ ਕਰ ਲਈ, इस करके फिर मुहार चेंज होगी। बट अगर तुम चाहो तो दोनों पासे सेम लिख सकते हो, कोई प्रॉब्लम नहीं है। ठीक है, इधर भी बना सकते हो पप्पा। हाँ जी, ਅਸੀਂ ਮੁਹਾਰ ਚੇਂਜ ਕੀਤੀ ਹੈ ਨਾ। ਤੁਸੀਂ ਅਗਰ ਗੋਲੀ ਅੱਖਰ ਲਿਖਣੇ ਆ ਤਾਂ ਤੁਸੀਂ ਗੋਲੀਆਂ ਵੀ ਲਿਖ ਸਕਦੇ ਹੋ, ਤੁਸੀਂ ਇੱਥੋਂ ਘੁੰਮੇ ਹੋਏ ਅੱਖਰ ਵੀ ਲਿਖ ਸਕਦੇ ਹੋ। ਅੱਗੇ ਹੈ ਨਿਰਭਉ। ਹੁਣ ਅਸੀਂ ਊੜਾ ਇੱਥੇ ਚੇਂਜ ਕਰਤਾ ਤਾਂ ਥੱਲੇ ਵੀ ਚੇਂਜ ਕਰ ਦਾਂਗੇ। ਅਗਰ ਤੁਸੀਂ ਉੱਪਰ ਮੁਹਾਰ ਵਾਲਾ ਰੱਖਿਆ ਥੱਲੇ ਵੀ ਮੁਹਾਰ ਵਾਲਾ ਰੱਖੂਗੀ। जिन्हों डाउट है वाहिगुरु जी अपने चैट बॉक्स लिख सकते हो क्योंकि हैंड रेज दो तरीके के बच्चे कर रहे हैं, जिन्होंने लिख लिया ते जिन्होंने नहीं लिखा। इस करके हैंड रेज नाल नहीं, तुसी चैट बॉक्स लिखो जे तुहानू कोई क्वेरी है तां। निरभउ, इस तो बाद निर्वैर। हाँ जी, किसी ने पूछा दोबारा तो दसो की दोबारा तो दसना है क्योंकि जो अखर है वो साडे ऑलमोस्ट सारे सेम है। ਅਸੀਂ सिर्फ चेंज किया ऊड़े की शेप, मतलब तत्ते वाली मुहार चेंज की है। अगर तत्ते वाली मुहार च कुछ भी आएगा तो ਅਸੀਂ तो गोलियां लिख रहे हैं क्योंकि ज्यादातर मूल मंत्र इस तरह लिखा जाता है। ਤਾਂ ਅਸੀਂ ਇਸ ਕਰਕੇ ਊੜੇ ਦੀ ਬੰਦਰ ਇੱਥੇ ਚੇਂਜ ਕਰ ਦਿੱਤੀ, ਬਾਕੀ ਸਾਰੇ ਬੰਦਰ ਤੁਸੀਂ ਸੇਮ ਹੀ ਲਿਖੀ ਹੈ ਜੋ ਇਹਨਾਂ ਮੁਹਾਰਾਂ ਦੇ ਵਿੱਚ। जो तुसी तीर बना रहे हो ये तीर ਤੁਹਾਡੇ सेम होने चाहिए हैं, मतलब तुसी आ लिखिया अखर कोई तो तीर ਤੁਹਾਡੇ ਇੱਥੇ तक ही आने चाहिए हैं हर किसी दे, हर कोई अखर दे। आप सबने जो ये लिखिया मूल मंत्र ये लिख के मैनू भेजना है ताकि अगर साडी कोई बेसिक स्ट्रक्चर गलती होया तो आप जी नू पता लग जाए। नहीं तो आप जी ने लिखिया कल जिन्होंने 35 भेजी सी उन्होंने बहुत प्यारा लिखा सी।
ਤੱਤੇ ਦਾ ਚੇਂਜ ਹੋ ਗਿਆ ਕਿਉਂਕਿ ਅਸੀਂ ਇੱਥੋਂ ਮੁਹਾਰ ਚੇਂਜ ਕੀਤੀ। ਅਗਰ ਤੁਸੀਂ ਇੱਥੇ ਤਿੱਖਾ ਲਿਖਿਆ ਹੈ ਤਾਂ ਤੁਸੀਂ ਇੱਥੇ ਵੀ ਉਸ ਤਰ੍ਹਾਂ ਹੀ ਲਿਖੋਗੇ। ਔਂਕੜ ਵਾਲੀ ਮਾਤਰਾ ਦੀ ਵਾਲੀ ਲਾਈਨ ਚ किसी ने बिहारी पूछी थी, बिहारी वास्ते पहला से थल्ले वाला लगा ली लाइन, फिर ऊपर इस तरीके। हाँ जी, किसी ने पूछा औंकड़। ਜਦੋਂ ਵੀ ਅਸੀਂ ਔਂਕੜ ਲਗਾਣੀ ਹੈ ਤਾਂ ਅਸੀਂ ਇਹਨੂੰ ਇਸ ਤੀਰ ਦੇ ਵਿੱਚ ਮਿਕਸ ਨਹੀਂ ਕਰਨਾ। ਜਿਵੇਂ ਅਸੀਂ ਇਹ ਤੀਰ ਬਣਾਇਆ ਤਾਂ ਅਸੀਂ ਔਂਕੜ ਵੀ ਪਾਣੀ ਹੈ ਤਾਂ ਅਸੀਂ ਇਹਦੇ ਵਿੱਚ ਮਿਕਸ ਇਸ ਤਰ੍ਹਾਂ ਨਹੀਂ ਕਰਨਾ। ਤੀਰ ਬਣਾ ਕੇ ਫਿਰ ਥੱਲੇ ਇਸ ਪਾਸੇ ਅਸੀਂ ਔਂਕੜ ਲਗਾਵਾਂਗੇ। ਅਗਰ ਸਾਡੀ ਬਿਹਾਰੀ ਹੈ, ਅਗਰ ਸਿਹਾਰੀ ਹੈ ਤਾਂ ਇਸ ਪਾਸੇ। ਇਸ ਦੇ ਵਿੱਚ ਨਹੀਂ ਮਿਕਸ ਕਰਨਾ ਲਾਈਨ ਦੇ ਵਿੱਚ। ਪੱਪੇ ਦੇ ਪੈਰ ਚ ਰਾਰਾ ਤੁਸੀਂ ਇਸ ਤਰੀਕੇ ਨਾਲ ਵੀ ਪਾ ਸਕਦੇ ਹੋ। ਅਗਰ ਇਸ ਤਰੀਕੇ ਦਾ ਨਹੀਂ ਪਾਣਾ, ਇਹ ਪਹਿਲਾ ਤਰੀਕਾ ਹੈ। ਜਿਸ ਤਰੀਕੇ ਨਾਲ ਨਹੀਂ ਪਾਣਾ ਤੁਸੀਂ ਇਸ ਤਰੀਕੇ ਨਾਲ ਵੀ ਪਾ ਸਕਦੇ ਹੋ। ਪੁਰਾਤਨ ਲਿਖਤਾਂ ਦੇ ਵਿੱਚ ਇਸ ਤਰੀਕੇ ਨਾਲ ਰਾਰਾ ਪਾਇਆ ਗਿਆ। ਇਹਨਾਂ ਅੱਖਰਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਹੋਏ ਤਾਂ ਉਹ ਪੁੱਛ ਸਕਦੇ ਹਨ। ਇੱਥੇ ਰਾਰਾ ਦੋ ਤਰੀਕੇ ਨਾਲ ਪਾਇਆ। ਆਪ ਜੀ ਕੋਈ ਵੀ ਤਰੀਕਾ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਵੀ ਰਾਰਾ ਪਾਇਆ ਜਾ ਸਕਦਾ ਹੈ ਤੇ ਉੱਪਰ ਵੀ ਪਾਇਆ ਜਾ ਸਕਦਾ ਹੈ। ਪੁਰਾਤਨ ਲਿਖਤਾਂ ਦੇ ਵਿੱਚ ਇਸ ਤਰੀਕੇ ਨਾਲ ਰਾਰਾ ਪਾਇਆ ਹੋਇਆ ਹੈ। ਅਗਰ ਲਿਖ ਲਿਆ ਤਾਂ ਆਪ ਜੀ ਹੈਂਡ ਰੇਜ਼ ਕਰ ਸਕਦੇ ਹੋ। ਜਿਨ੍ਹਾਂ ਦਾ ਹੋ ਗਿਆ ਉਹ ਹੈਂਡ ਰੇਜ਼ ਕਰੋ। ਉਹਨਾਂ ਨੇ ਮੈਨੂੰ ਲਿਖ ਕੇ, ਉਹਨਾਂ ਨੇ ਜੋ ਲਿਖਿਆ ਉਹਨਾਂ ਨੇ ਮੈਨੂੰ ਭੇਜਣਾ ਹੈ ਤਾਂ ਕਿ ਫਿਰ ਅਸੀਂ ਦੇਖ ਸਕੀਏ ਕਿ ਸਾਡੀ ਇਹ 6 ਦਿਨਾਂ ਦੇ ਵਿੱਚ ਕੀ ਇੰਪਰੂਵਮੈਂਟ ਹੋਈ ਹੈ। ਹਾਂਜੀ, ਜਿਨ੍ਹਾਂ ਨੂੰ ਬੇਸਿਕ ਅੱਖਰਾਂ ਵਿੱਚ ਪ੍ਰੋਬਲਮ ਆ ਰਹੀ ਸੀ ਉਹ ਚੈਨਲ ਦਾ ਨੇਮ ਪੁੱਛ ਰਹੇ ਸਨ ਕੱਲ ਵੀ। ਚੈਨਲ ਦਾ ਨੇਮ ਹੈ ਗੁਰਬਾਣੀ ਬਣੀਆ। ਅੱਜ ਨੂੰ ਗਰੁੱਪ 'ਚ ਵੀ ਮਿਲ ਗਿਆ ਸੀਗਾ।
हाँ जी संगत जी, जो भी ਅਸੀਂ ਇਹ 6 ਦਿਨਾਂ ਦੇ ਵਿੱਚ ਸਿੱਖਿਆ, ਅੱਜ ਤੱਕ ਜੋ ਵੀ ਅਸੀਂ ਸਿੱਖਿਆ ਉਸਦੇ ਵਿੱਚ ਕਿਸੇ ਨੂੰ ਕਿਸੇ ਵੀ ਅੱਖਰ ਦੇ ਵਿੱਚ, ਲਗਾ ਮਾਤਰਾਵਾਂ ਦੇ ਵਿੱਚ, ਲਗਾਖਰ ਦੇ ਵਿੱਚ, ਗਿਣਤੀ ਦੇ ਵਿੱਚ, ਮੂਲ ਮੰਤਰ ਦੇ ਵਿੱਚ, ਕਲਮ ਜਾਂ ਸਿਆਹੀ ਬਾਰੇ ਕੁਝ ਪੁੱਛਣਾ ਹੋਵੇ, ਕਾਗਜ਼ ਬਾਰੇ ਕੁਝ ਪੁੱਛਣਾ ਹੋਵੇ, ਅੱਖਰ ਕਾਇ ਨਾਲ ਰਿਲੇਟਡ ਕਿਸੇ ਵੀ ਤਰੀਕੇ ਦਾ ਕੋਈ ਵੀ ਡਾਊਟ ਹੋਏ ਐਕਸੈਪਟ ਪ੍ਰੋਨਾਂਸੀਏਸ਼ਨ, ਕਿਉਂਕਿ ਉਹਦੇ ਬਾਅਦ ਸਾਡੇ ਕੋਲ ਹਜੇ ਟਾਈਮ ਨਹੀਂ ਹੈਗਾ, ਨਹੀਂ ਤਾਂ ਅਸੀਂ 35 ਦੀ ਪ੍ਰੋਨਾਂਸੀਏਸ਼ਨ ਵੀ ਸਿੱਖ ਲਈ, ਉਹ ਵੀ ਬਹੁਤ ਜ਼ਰੂਰੀ ਹੈ। ਅਗਰ ਉਸ ਤੋਂ ਇਲਾਵਾ ਕਿਸੇ ਨੂੰ ਕਿਸੇ ਵੀ ਚੀਜ਼ ਦੇ ਵਿੱਚ ਅਗਰ ਕੋਈ ਪ੍ਰੋਬਲਮ ਹੈ, ਕੋਈ ਸਵਾਲ ਹੈ, ਤਾਂ ਜ਼ਰੂਰ ਪੁੱਛ ਸਕਦੇ ਹੋ ਜੀ। ਜੇ ਨਹੀਂ ਹੈ ਤਾਂ हैंड रेस कर दो, ਜੇ ਆਪ ਜੀ ਨੇ ਲਿਖ ਲਿਆ ਤਾਂ ਆਪ ਜੀ ਨੇ ਮੈਨੂੰ ਲਿਖ ਕੇ ਭੇਜਣਾ ਹੈ, ਤੇ ਉਸ ਵਾਸਤੇ ਵੀ ਆਪ ਜੀ हैंड रेस कर दो कि हाँ हो गया। ਜੇ ਕੋਈ ਸਵਾਲ ਹੈ ਤਾਂ ਚੈਟ ਬਾਕਸ ਵਿੱਚ ਆਪ ਜੀ ਪੁੱਛ ਸਕਦੇ ਹੋ। ਪੈਚ ਪੈਣ ਵਾਲੇ ਅੱਖਰ ਪੰਜਾਬੀ ਵਾਲੇ ਅੱਖਰ ਨਾਲ ਕਿਸੇ ਤਰੀਕੇ ਨਾਲ ਲਿਖ ਸਕਦੇ ਹਾਂ ਕਿ हाँ जी, किसी ने बहुत प्यारा सवाल पूछा है कि ਜਿਹੜੇ ਅੱਖਰ ਪੈਰ 'ਚ ਪੈਂਦੇ ਹਨ, ਯਾਨੀ ਕਿ ਦੁੱਤ ਅੱਖਰ, ਉਹ ਅੱਖਰ ਨੂੰ ਕੀ ਅਸੀਂ ਕੈਲੀਗ੍ਰਾਫੀ 'ਚ ਲਿਖ ਸਕਦੇ ਹਾਂ? ਕੋਈ ਮੈਨੂੰ ਕਮੈਂਟ ਕਰਕੇ ਦੱਸ ਸਕਦਾ ਹੈ ਕਿ ਲਿਖ ਸਕਦੇ ਹਾਂ ਕਿ ਨਹੀਂ ਲਿਖ ਸਕਦੇ? ਤੁਹਾਨੂੰ ਕੀ ਲੱਗਦਾ ਹੈ ਕਿ ਲਿਖੇ ਜਾ ਸਕਦੇ ਹਨ ਕਿ ਨਹੀਂ? ਆਪ ਜੀ ਨੇ ਵੀ ਦਰਸ਼ਨ ਕੀਤੇ ਹੋਣਗੇ ਪੁਰਾਤਨ ਸਰੂਪਾਂ ਦੇ ਜਾਂ ਦੇਖਿਆ ਹੋਏਗਾ, ਦੱਸੋ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਦੁੱਤ ਅੱਖਰ ਕਿਹੜੇ ਸਨ? ਸਾਡੇ ਦੁੱਤ ਅੱਖਰ ਸਾਡੇ ਦੁੱਤ ਅੱਖਰ 3 ਸਨ। ਇੱਕ ਸੀ ਰਾਰਾ, ਜਿਹਨੂੰ ਅਸੀਂ ਇਸ ਤਰ੍ਹਾਂ ਲਿਖਦੇ ਸੀ, ਇੱਕ ਸੀ ਵਾਵਾ, ਜਿਹਨੂੰ ਲਿਖਣ ਦਾ ਤਰੀਕਾ ਹੀ ਇਹ ਹੈ, ਤੇ ਇੱਕ ਸੀ ਹਾਹਾ, ਜਿਹਨੂੰ ਅਸੀਂ ਇਸ ਤਰ੍ਹਾਂ ਲਿਖਦੇ ਸੀ। ਇਹਨੂੰ ਤੁਸੀਂ ਕੈਲੀਗ੍ਰਾਫ ਵਿੱਚ ਕਿਸ ਤਰ੍ਹਾਂ ਹੋਰ ਲਿਖੋਗੇ? ਇਹ ਤਾਂ ਸੇਮ ਹੀ ਲਿਖੇ ਜਾਂਦੇ ਹਨ ਹਮੇਸ਼ਾ, ਇਹਨਾਂ ਵਾਸਤੇ ਅਸੀਂ ਕੋਈ ਸਪੈਸ਼ਲ ਸਟਾਈਲ ਸਿੱਖਿਆ ਹੀ ਨਹੀਂ। ਤੇ ਰਾਰਾ, ਰਾਰੇ ਨੂੰ ਤੁਸੀਂ ਜ਼ਰੂਰ ਲਿਖ ਸਕਦੇ ਹੋ ਕਿਸ ਤਰੀਕੇ ਦੇ ਨਾਲ, ਜਿਵੇਂ ਤੁਸੀਂ ਆ ਲਿਖਿਆ ਪ੍ਰਸਾਦ, ਤਾਂ ਪੱਪਾ ਪਾਇਆ, ਤੁਸੀਂ ਇਹਨੂੰ ਇਸ ਤਰੀਕੇ ਨਾਲ ਲੈ ਕੇ ਜਾ ਸਕਦੇ ਹੋ। ਇਹ ਇੱਕ ਤਰੀਕਾ ਹੈ ਜਿਹੜਾ ਕਈ ਥਾਵਾਂ ਤੇ ਯੂਜ਼ ਕੀਤਾ ਗਿਆ ਹੈ ਪੱਪੇ ਦੇ ਪੈਰ 'ਚ ਰਾਰਾ ਪਾਉਣ ਵਾਸਤੇ। ਇਸ ਤੋਂ ਇਲਾਵਾ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਲਿਖ ਲਓ, ਜਿਸ ਤਰ੍ਹਾਂ ਇੰਗਲਿਸ਼ ਲਿਖਦੇ ਹੋ ਇਸ ਤਰ੍ਹਾਂ ਨਹੀਂ ਲਿਖ ਸਕਦੇ। ਇਸ ਤਰ੍ਹਾਂ ਲਿਖ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਲੱਗ ਰਿਹਾ ਕਿ ਪੱਪੇ ਥੱਲੇ ਆ, ਫਿਰ ਤੁਸੀਂ ਇਹਨੂੰ ਜਿੰਨੀ ਮਰਜ਼ੀ ਸੁੰਦਰਤਾ ਦੇ ਸਕਦੇ ਹੋ, ਤੁਹਾਡੀ ਮਰਜ਼ੀ ਹੈ, ਪਰ ਇਹਨੂੰ ਇਸ ਤਰ੍ਹਾਂ ਨਹੀਂ ਕਰ ਸਕਦੇ, ਨਹੀਂ ਤਾਂ ਅੱਖਰ ਹੀ ਖਰਾਬ ਹੋ ਜਾਏਗਾ, ਅੱਖਰ ਦੀ ਬਣਤਰ ਹੀ ਖਰਾਬ ਹੋ ਜਾਏਗੀ, ਪਤਾ ਨਹੀਂ ਲੱਗੇਗਾ ਕਿ ਲਗਾ ਮਾਤਰਾ ਜਿਹੜੀ ਤੁਸੀਂ ਤੀਰਮੁਖੀ ਕਿਹੜੀ ਹੈ ਤੇ ਦੁੱਤ ਅੱਖਰ ਕਿਹੜਾ ਹੈ। ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ, ਜਾਂ ਫਿਰ ਜਿਵੇਂ ਆ ਪੱਪਾ ਹੈ ਤਾਂ ਪੱਪੇ ਦੇ ਪੈਰ 'ਚ ਇਸ ਤਰ੍ਹਾਂ ਲਿਖ ਸਕਦੇ ਹੋ, ਜਾਂ ਫਿਰ ਜਿਵੇਂ ਆ ਪੱਪਾ ਹੈ ਤਾਂ ਇਸਦੇ ਪੈਰ 'ਚ ਇਸ ਤਰ੍ਹਾਂ ਲਿਖ ਸਕਦੇ ਹੋ। ਮੇਨ ਗੁੱਛੀਆਂ ਦੇ ਕਿੱਥੇ ਭੇਜਣ ਸੰਗਤ? ਹਾਂਜੀ ਸੰਗਤ ਜੀ, ਜਿਹੜਾ ਨੰਬਰ ਦਿੱਤਾ ਸੀ ਇਸ ਨੰਬਰ 'ਚ ਭੇਜ ਦੇਣਾ, ਕਿਉਂਕਿ ਜਦੋਂ ਗਰੁੱਪ ਵਿੱਚ ਸਾਰਾ ਇਕੱਠਾ ਹੋ ਜਾਏਗਾ ਗੋਬਿੰਦ ਸਿੰਘ ਸਟੱਡੀ ਸਰਕਲ ਵਾਲੇ ਗਰੁੱਪ ਵਿੱਚ, ਫਿਰ ਸਾਡੇ ਕੋਲ ਡਿਫਰੈਂਸ਼ੀਏਟ ਨਹੀਂ ਕੀਤਾ ਜਾਏਗਾ। ਆਪ ਸਭ ਕੋਲ ਇਹ ਨੰਬਰ ਤਾਂ ਹੈ ਹੀ ਹੈ, ਤੁਸੀਂ ਇਸ ਨੰਬਰ ਤੇ ਜਿਸ ਤਰ੍ਹਾਂ ਰੋਜ਼ ਹੋਮਵਰਕ ਭੇਜਦੇ ਹੋ ਉਸ ਤਰੀਕੇ ਦੇ ਨਾਲ ਤੁਸੀਂ ਆ ਭੇਜਣਾ ਅੱਜ ਦਾ ਜੋ ਮੂਲ ਮੰਤਰ ਅਸੀਂ ਸਿੱਖਿਆ, ਤਾਂ ਕਿ ਫਿਰ ਤੁਹਾਨੂੰ ਪ੍ਰਾਈਵੇਟਲੀ ਡਾਇਰੈਕਟ ਮੈਸੇਜ ਕਰਕੇ ਦੱਸ ਦਿੱਤਾ ਜਾਏ ਅਗਰ ਕੋਈ ਕਿਸੇ ਵਿੱਚ ਕੋਈ ਕਮੀ ਪੇਸ਼ੀ ਹੈ ਤਾਂ। ਹਾਂਜੀ ਜੇ ਕਿਸੇ ਨੂੰ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਹਨ, ਨਹੀਂ ਤਾਂ ਫਿਰ ਅਸੀਂ ਆਪਣੀ ਅੱਜ ਦੀ ਕਲਾਸ ਜੋ ਕਿ ਆਖਰੀ ਹੈ ਕਿ ਨਹੀਂ ਆਪ ਜੀ ਨੂੰ ਗਰੁੱਪ 'ਚ ਪਤਾ ਲੱਗ ਜਾਏਗਾ, ਪਰ ਡੇਲੀ ਆਈ ਗੈਸ ਆਖਰੀ ਹੋਏਗੀ, ਤੇ ਇਸ ਦੀ ਫਿਰ ਸਮਾਪਤੀ ਕਰਦੇ ਹਾਂ।
ਵਾਹਿਗੁਰੂ ਜਿਨ੍ਹਾਂ ਦੇ ਮੈਸੇजेस ਆ ਰਹੇ ਕਿ ਉਹ ਗਰੁੱਪ ਵਿੱਚ ਨਹੀਂ ਹਨ, ਅੱਖਰਕਾਰੀ ਗਰੁੱਪ ਵਿੱਚ ਨਹੀਂ ਹਨ ਜਾਂ ਦੂਸਰੇ ਗਰੁੱਪ ਵਿੱਚ ਨਹੀਂ ਹਨ, ਆਪ ਜੀ ਕੋਲੇ ਨੰਬਰ ਹੈ, ਆਪ ਜੀ ਪ੍ਰਾਈਵੇਟਲੀ ਡਾਇਰੈਕਟ ਮੈਸੇਜ ਕਰ ਸਕਦੇ ਹੋ, ਤੁਹਾਨੂੰ ਜਿਹੜੀ ਵੀ ਇਨਫੋਰਮੇਸ਼ਨ ਉੱਥੇ ਦੇ ਦਿੱਤੀ ਜਾਏਗੀ। ਨਹੀਂ ਤਾਂ ਤੁਸੀਂ ਗਰੁੱਪ ਵਿੱਚ ਐਡ ਹੋਵੋ, ਤੁਸੀਂ ਡੇਲੀ ਦੇ ਸੈਸ਼ਨ ਅਟੈਂਡ ਕਰ ਸਕਦੇ ਹੋ ਤੇ ਇਹ ਸਾਰੇ ਸੈਸ਼ਨ ਰਿਕਾਰਡਡ ਵੀ ਪਏ ਹਨ YouTube ਚੈਨਲ ਤੇ ਗਲੋਬਲ ਸਿੰਘ ਸਟੱਡੀ ਸਰਕਲ। ਅਗਲੀ ਕਲਾਸ ਕਦੋਂ ਹੋਏਗੀ ਇਸ ਦੀ ਇਨਫੋਰਮੇਸ਼ਨ ਆਪ ਜੀ ਨੂੰ ਗਰੁੱਪ ਵਿੱਚ ਹੀ ਮਿਲੇਗੀ। ਵੈਸੇ ਤਾਂ ਅੱਜ ਤੱਕ ਦੀ ਹੀ ਕਲਾਸ ਸੀ, ਬਾਕੀ ਆਪ ਜੀ ਨੂੰ ਤਾਂ ਜਿਹੜੇ ਐਡਮਿਨ ਨੇ ਹੋਸਟ ਨੇ ਉਹ ਹੀ ਦੱਸਣਗੇ ਕਿ ਅੱਗੇ ਦਾ ਕੀ ਸ਼ਡਿਊਲ ਹੈ। ਹਾਂਜੀ ਹਾਂਜੀ ਬਿਲਕੁਲ, ਆਪ ਜੀ ਕਿਸੇ ਨੇ ਪੁੱਛਿਆ ਲੜੀਵਾਰ ਲਿਖ ਸਕਦੇ हैं ਲੜੀਦਾਰ, ਤਾਂ ਹਾਂਜੀ ਆਪ ਜੀ ਲਿਖ ਸਕਦੇ ਹੋ ਕਿਉਂਕਿ ਸਾਡੇ ਨਾਲ ਬੱਚੇ ਵੀ ਹਨ, ਉਹਨਾਂ ਕੋਲ ਇੰਨਾ ਡਿਫਰੈਂਸ਼ੀਏਟ ਨਹੀਂ ਹੋਏਗਾ, ਉਹ ਗਲਤ ਸਮਝ ਸਕਦੇ ਸਨ, ਜੋ ਲਿਖਿਆ ਉਹ ਅੱਗੇ ਪਿੱਛੇ ਕਰ ਸਕਦੇ ਸਨ, ਇਸ ਕਰਕੇ ਅਸੀਂ ਅਲੱਗ-ਅਲੱਗ ਅੱਖਰ ਕਰਕੇ ਲਿਖਿਆ, ਪਦਛੇਦ ਕਰਕੇ ਲਿਖਿਆ। ਵੈਸੇ ਬਾਣੀ ਲਿਖਣ ਦਾ ਅਸਲ ਤਰੀਕਾ ਲੜੀਦਾਰ ਹੀ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸਾਨੂੰ ਉਸ ਤਰੀਕੇ ਨਾਲ ਹੀ ਲਿਖਣਾ ਚਾਹੀਦਾ ਤੇ ਅਸੀਂ ਲੜੀਦਾਰ ਵਿੱਚ ਹੀ ਬਾਣੀ ਲਿਖਣੀ ਹੈ, ਪਦਛੇਦ ਚ ਨਹੀਂ ਲਿਖਣੀ। ਹਾਂਜੀ एग्जाम्पल पूछिए किसी ने, जिमें है करता पुरख, ਤਾਂ ਕਰਤਾ ਪੁਰਖ ਅਸੀਂ ਇਸ ਤਰੀਕੇ ਨਾਲ ਲਿਖਿਆ, ਇਹ ਹੈ ਪਦਛੇਦ। ਮਤਲਬ ਜਦੋਂ ਅੱਖਰ ਅਲੱਗ-ਅਲੱਗ ਕਰਕੇ ਲਿਖੇ ਗਏ ਹਨ, ਜਦੋਂ ਅਸੀਂ ਇਹਨਾਂ ਨੂੰ ਜੋੜ ਦਿੰਦੇ ਆ ਤਾਂ ਬਣ ਜਾਂਦਾ ਲੜੀਦਾਰ। ਹੁਣ ਵਿੱਚ ਸਪੇਸ ਨਹੀਂ ਰਹੇਗੀ, ਸਿੱਧਾ ਲਿਖ ਦੇਣਾ। ਕੈਲੀਗ੍ਰਾਫੀ 'ਚ ਵੀ ਲਿਖ ਸਕਦੇ ਹਾਂ, ਮਤਲਬ ਨੋਰਮਲ ਹੈ, ਸਿਰਫ ਐਗਜ਼ਾਮਪਲ ਹੈ ਕਿ ਇਹਨੂੰ ਅਸੀਂ ਪਦਛੇਦ ਨਹੀਂ ਕਹਿੰਦੇ, ਇਹਨੂੰ ਅਸੀਂ ਕਹਿੰਦੇ ਹਾਂ ਲੜੀਦਾਰ। ਲੜੀਦਾਰ ਕਹਿ ਲਓ, ਲੜੀਵਾਰ ਕਹਿ ਲਓ। ਕਈ ਇਸ ਨੂੰ ਲੜੀਵਾਰ ਦੇ ਨਾਮ ਨਾਲ ਜਾਣਦੇ ਹਨ, ਕਈ ਲੜੀਦਾਰ ਦੇ ਨਾਮ ਨਾਲ ਜਾਣਦੇ ਹਨ। ਇਹ ਲੜੀਦਾਰ ਹੋ ਗਿਆ, ਇਸ ਵਿੱਚ ਸਾਰੇ ਅੱਖਰ ਇਸ ਤਰ੍ਹਾਂ ਹੀ ਹੋਣਗੇ, ਕੋਈ ਸਪੇਸ ਨਹੀਂ ਹੋਏਗੀ। ਇਸ ਦੇ ਵਿੱਚ ਹਿਸਟਰੀ ਵੀ ਹੈ ਕਿ ਕਿਉਂ ਇਸ ਨੂੰ ਲੜੀਦਾਰ ਕਹਿੰਦੇ ਹਨ, ਬਟ ਇਨ ਸ਼ਾਰਟ ਅਸੀਂ ਇਹੀ ਕਹਿ ਸਕਦੇ ਹਾਂ ਕਿਉਂਕਿ ਸਾਡੇ ਕੋਲ ਸਮਾਂ ਘੱਟ ਹੈ ਥੋੜਾ, ਕਿ ਜਦੋਂ ਇਸ ਤਰ੍ਹਾਂ ਬਾਣੀ ਅਸੀਂ ਪੜਾਂਗੇ ਤਾਂ ਅਸੀਂ ਅੱਖਰ ਨੂੰ ਉਦੋਂ ਹੀ ਤੋੜ ਪਾਵਾਂਗੇ ਜਦੋਂ ਸਾਨੂੰ ਬਾਣੀ ਸਮਝ ਆ ਰਹੀ ਹੋਵੇਗੀ। ਤਾਂ ਜਿੱਦਾਂ ਮੈਡੀਟੇਸ਼ਨ ਸਾਰੇ ਕਰਦੇ ਹਨ, ਇਹ ਵੀ ਇੱਕ ਮੈਡੀਟੇਸ਼ਨ ਦਾ ਤਰੀਕਾ ਹੈ ਕਿ ਸਾਡਾ ਪੂਰਾ ਫੋਕਸ ਬਾਣੀ ਵੱਲ ਹੁੰਦਾ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਕਹਿਣਾ ਚਾਹ ਰਹੇ ਹਨ, ਤਾਂ ਅਸੀਂ ਆਪਣੇ ਜਿਸ ਤਰ੍ਹਾਂ ਸਾਨੂੰ ਪਾਤਸ਼ਾਹ ਸੋਝੀ ਦੇ ਰਹੇ ਹਨ, ਅਸੀਂ ਉਸ ਹਿਸਾਬ ਨਾਲ ਅੱਖਰ ਤੋੜ ਕੇ ਫਿਰ ਬਾਣੀ ਪੜ੍ਹਦੇ ਹਾਂ। ਇੱਕ ਓਂਕਾਰ ਤੋਂ ਬਾਅਦ ਵੀ ਸਪੇਸ ਨਹੀਂ ਹੋਏਗੀ। ਇੱਕ ਓਂਕਾਰ ਤੋਂ ਬਾਅਦ ਜਿਹੜੀ ਜਿੱਥੇ ਲੜੀਦਾਰ ਸਰੂਪ ਹੈ ਉਸ ਵਿੱਚ ਸਪੇਸ ਹੈ, ਪਰ ਬਹੁਤ ਮਾਈਨਰ ਜੀ ਹੈ। ਲੜੀਦਾਰ ਸਰੂਪਾਂ ਦੇ ਵਿੱਚ ਇੱਕ ਓਂਕਾਰ ਤੋਂ ਬਾਅਦ ਸਤਨਾਮ ਸ਼ੁਰੂ ਹੋਇਆ ਤਾਂ ਸਪੇਸ ਤਾਂ ਹੈ, ਪਰ ਬਹੁਤ ਮਾਈਨਰ ਜੀ ਹੈ। ਜਿਵੇਂ ਕਿ ਇੱਥੇ ਸਪੇਸ ਹੈ, ਸੱਸੇ ਤੇ ਉਹਦੀ ਸਿਹਾਰੀ ਦੇ ਵਿੱਚ ਨਹੀਂ ਸਪੇਸ ਹੈ ਨਾ, ਇੰਨੀ ਸਪੇਸ, ਇਸ ਤੋਂ ਜ਼ਿਆਦਾ ਨਹੀਂ। ਹੋਰ ਕੋਈ ਸਵਾਲ ਕਿਸੇ ਨੂੰ ਵੀ ਹੋਵੇ? ਵਾਹਿਗੁਰੂ, ਕਿਸੇ ਨੇ ਕਿਹਾ ਹੈ ਕਿ ਉਹਨਾਂ ਕੋਲ ਮੇਰੇ 2 ਨੰਬਰ ਨੇ, ਮੇਰੇ ਕੋਲ 2 ਨਹੀਂ, ਮੇਰੇ ਕੋਲ ਇੱਕੋ ਹੀ ਨੰਬਰ ਹੈ, ਆਹੀ ਵਾਲਾ, ਇਸ ਤੋਂ ਇਲਾਵਾ ਕੋਈ ਨਹੀਂ ਹੈ। ਇਹ ਨੰਬਰ ਹੈ, YouTube ਚੈਨਲ ਹੈ, ਇਸ ਤੇ ਬੇਸਿਕ ਵੀਡੀਓਜ਼, ਜਿਨ੍ਹਾਂ ਨੂੰ ਅੱਖਰ ਕਈ ਸਮਝ ਨਹੀਂ ਆ ਰਹੇ, ਜਿਨ੍ਹਾਂ ਸਭ ਤੋਂ ਜ਼ਿਆਦਾ ਡਾਊਟ ਆ ਰਹੇ ਸੀ, ਸਿਰਫ ਉਹੀ ਅੱਖਰਾਂ ਦੀ ਵੀਡੀਓਜ਼ ਪਾਈਆਂ ਗਈਆਂ। ਤੇ ਅੱਗੇ ਜਿਹੜੇ ਕਲਮ ਨਾਲ ਲਿਖਣਾ ਚਾਹੁੰਦੇ ਹਨ ਉਹ ਇਸ ਨੂੰ ਫਿਰ ਫੋਲੋ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਕਲਮ ਨਾਲ ਅੱਖਰ ਲਿਖ ਕੇ ਇਸ ਤੇ ਪਾਏ ਜਾਣਗੇ ਕਿ ਕਲਮ ਕਿਸ ਤਰ੍ਹਾਂ ਯੂਜ਼ ਕਰਨੀ ਹੈ, ਸ਼ਾਈ ਕਿਸ ਤਰ੍ਹਾਂ ਬਣਨੀ ਹੈ, ਤੇ ਕਲਮ ਨਾਲ ਬਾਣੀ ਕਿਸ ਤਰ੍ਹਾਂ ਲਿਖੀਏ, ਅੱਖਰ ਕਿਸ ਤਰ੍ਹਾਂ ਲਿਖੀਏ। ਹਜੇ ਅਸੀਂ ਪੈਨ ਪੈਨਸਿਲ ਜਾਂ ਸਕੈਚ ਨਾਲ ਸਿੱਖਿਆ, ਕਈਆਂ ਨੇ ਕਲਮ ਨਾਲ ਵੀ ਸਿੱਖ ਲਿਆ ਕਿਉਂਕਿ ਵਿੱਚ ਉਹਨੂੰ ਵੀ ਐਡ ਕੀਤਾ ਗਿਆ ਸੀ, ਬਟ ਸਪੈਸੀਫਿਕਲੀ ਕਲਮ ਨਾਲ ਅਗਰ ਸਿੱਖਣਾ ਹੈ ਤਾਂ ਆਪ ਜੀ ਇੱਥੋਂ ਵੀ ਸਿੱਖ ਸਕਦੇ ਹੋ। ਠੀਕ ਹੈ ਵਾਹਿਗੁਰੂ ਜੀ, ਹੋਈਆ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਜੀ बहुत ही प्यार वाली संगत हो, सारे ही बहुत प्यार ਨਾਲ 8 और 9 बना के दिखा दो फिर तो। ਹਾਂਜੀ ਹਾਂਜੀ 8 और 9 ਜਿਵੇਂ ਅਸੀਂ ਮੁਹਾਰ ਬਣਾਈ ਸੀ ਨਾ ਪਹਿਲੀ, ਉਸ ਵਿੱਚ ਅਸੀਂ ਦੱਦਾ ਬਣਾਇਆ ਸੀ। ਦੱਦਾ ਬਣਾਉਣ ਮਤਲਬ ਅਸੀਂ ਇਧਰੋਂ ਪਿੱਛੇ ਲੈ ਕੇ ਗਏ ਸੀ
ਉੱਪਰ ਘੁਮਾ ਕੇ ਥੱਲੇ ਲੈ ਕੇ ਆਏ ਤੇ ਫਿਰ ਇਸ ਤਰ੍ਹਾਂ ਲੈ ਕੇ ਗਏ। ਹੁਣ 8 ਬਣਾਉਣ ਦੇ ਵਿੱਚ ਅਸੀਂ ਆ ਨਹੀਂ ਬਣਾਉਣਾ, ਬਸ 8 ਬਣ ਗਿਆ। ਤੇ ਜਦੋਂ ਅਸੀਂ 9 ਬਣਾਵਾਂਗੇ ਅਸੀਂ ਇੱਥੋਂ ਉੱਪਰ ਲੈ ਕੇ ਚੱਲ ਜਾਣਾ। ਬਸ ਇਹੀ ਫਰਕ ਹੈ ਦੋਨਾਂ ਦੇ ਵਿੱਚ। ਹਾਂਜੀ, ਕਿਸੇ ਨੇ ਪੁੱਛਿਆ ਗੱਲ ਕਰ ਸਕਦੇ ਹਾਂ ਜ਼ਰੂਰ। ਵਾਹਿਗੁਰੂ, ਤੁਸੀਂ ਸਾਰੇ ਤਾਂ ਸਾਹਿਬਜ਼ਾਦਾ ਦੇ ਭੈਣ ਭਰਾ ਹੋ ਤੇ ਮੈਨੂੰ ਤੁਹਾਡੇ ਸਾਰਿਆਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਦੋਂ ਇਹ ਅਸੀਂ ਕੰਡਕਟ ਕਰ ਰਹੇ ਸੀ ਤਾਂ ਕਈ ਬਰੀਕੀਆਂ ਕਦੀ ਕਦਾਈ ਸਾਡੇ ਧਿਆਨ 'ਚ ਵੀ ਨਹੀਂ ਆਉਂਦੀਆਂ, ਜੋ ਸੰਗਤ ਸਾਨੂੰ ਸਿਖਾ ਦਿੰਦੀ ਹੈ। ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ। ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ